ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਲਾਈਵ ਟਾਕ ਸ਼ੋਅ ਵਿਦ ਅਰਸ਼ਦੀਪ ਦੇ ਵਿੱਚ ਤੇ ਫਰਾਈਡੇ ਦਾ ਦਿਨ 7 ਵਜੇ ਤੋਂ ਲੈ ਕੇ 8 ਵਜੇ ਦਾ ਟਾਈਮ ਤੁਹਾਡਾ ਤੇ ਮੇਰਾ ਸਾਥ ਹੁੰਦਾ ਸੋ ਅੱਜ ਸ਼ੁਰੂਆਤ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਫਿਰ ਤੋਂ ਰਿਮਾਈਂਡ ਕਰਵਾ ਦਾਂ ਕਿ ਕੋਵਿਡ-19 ਦੇ ਕੇਸ BC ਦੇ ਵਿੱਚ ਲਗਾਤਾਰ ਵੱਧ ਰਹੇ ਨੇ ਅੱਜ ਫਿਰ ਦੂਜੇ ਦਿਨ ਰਿਕਾਰਡ ਬ੍ਰੇਕਿੰਗ ਨੰਬਰ ਸਾਡੇ ਸਾਹਮਣੇ ਆਏ ਹੈਗੇ ਨੇ ਸੋ ਇਹ ਜਦੋਂ ਕਰੋਨਾ ਵਾਇਰਸ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਪਾਰਟੀਜ਼ ਜੇ ਕਿਹਾ ਜਾਂਦਾ ਕਿ ਤੁਸੀਂ ਨਹੀਂ ਜਾਣਾ ਸੋ ਪਲੀਜ਼ ਜੇ ਕੋਈ ਹੋਸਟ ਕਰ ਵੀ ਰਿਹਾ ਤਾਂ ਉਹਨਾਂ ਨੂੰ ਕਹੋ ਕਿ ਅਸੀਂ ਨਹੀਂ ਆ ਰਹੇ ਪੋਲਾਈਟਲੀ ਤੁਸੀਂ ਉਹਨਾਂ ਨੂੰ ਮਨਾ ਕਰ ਸਕਦੇ ਹੋ ਪਰ ਇੱਕ ਚੈਲੰਜ ਵੀ ਚੱਲ ਰਿਹਾ ਡਾਕਟਰ ਬੋਨੀ ਹੈਨਰੀ ਨੇ ਜਿਹੜਾ ਚੈਲੰਜ ਕੀਤਾ ਕਿ ਤੁਸੀਂ 2 ਹਫ਼ਤੇ ਤੱਕ ਨਾ ਹੀ ਕਿਸੇ ਪਾਰਟੀ ਨੂੰ ਆਰਗੇਨਾਈਜ਼ ਕਰੋ ਨਾ ਹੀ ਕਿਸੇ ਪਾਰਟੀ ਦੇ ਵਿੱਚ ਜਾਓ ਜੇ ਕੋਈ ਬੁਲਾਉਂਦਾ ਵੀ ਹੈ ਤਾਂ ਨਾ ਕਹਿ ਦਿਓ ਜੇ ਕਿਤੇ ਜਾਣਾ ਵੀ ਪੈਂਦਾ ਹੈ ਤਾਂ ਸਿਰਫ ਇਮੀਡੀਏਟ ਫੈਮਿਲੀ ਮੈਂਬਰ ਸਿਰਫ 6 ਲੋਕ ਘਰ ਦੇ ਵਿੱਚ ਵਿਜ਼ਿਟ ਕਰ ਸਕਦੇ ਆ ਸੋ ਇਹਨਾਂ ਗਾਈਡਲਾਈਨਸ ਨੂੰ ਅਸੀਂ ਮੰਨੀਏ ਤੇ ਅਸੀਂ ਕੋਵਿਡ-19 ਨੂੰ ਜਿਵੇਂ ਮਾਰਚ ਦੇ ਵਿੱਚ ਕੰਟਰੋਲ ਕੀਤਾ ਸੀ ਇਸ ਟਾਈਮ ਦੇ ਵਿੱਚ ਵੀ ਕੰਟਰੋਲ ਕਰ ਸਕਦੇ ਆ ਤੇ ਨਾਲ ਹੁਣ BC ਦੇ ਵਿੱਚ ਇਲੈਕਸ਼ਨ ਹੋ ਕੇ ਹਟਿਆ ਤੇ ਉਹਨਾਂ ਇਲੈਕਸ਼ਨਸ ਦੇ ਵਿੱਚ ਅਜੇ ਵੀ ਨਤੀਜੇ ਆਉਣੇ ਬਾਕੀ ਸੀ 6 ਨਵੰਬਰ ਨੂੰ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਥੋੜੀ ਇੱਕ ਸੀਟਸ ਦੇ ਜਿਹੜੇ ਰਿਜ਼ਲਟ ਨੇ ਉਹ ਸਾਹਮਣੇ ਆ ਜਾਣ ਕਿਉਂਕਿ ਮੇਲ ਇਨ ਬੈਲਟ ਦੀ ਗਿਣਤੀ ਜਿਹੜੀ ਹੋ ਰਹੀ ਸੀ ਉਹਦੇ ਵਿੱਚੋਂ ਇੱਕ ਸੀਟ ਦੇ ਜਿਹੜੇ ਰਿਜ਼ਲਟ ਆਲਰੇਡੀ ਸਾਡੇ ਕੋਲੇ ਪਹੁੰਚ ਗਏ ਹੈਗੇ ਨੇ ਉਹਦੇ ਵਿੱਚੋਂ ਹੁਣ MLA ਡਿਕਲੇਅਰ ਕੀਤੇ ਜਾ ਚੁੱਕੇ ਨੇ ਤੇ ਅੱਜ ਸਾਡੇ ਗੈਸਟ ਵੀ ਹੈਗੇ ਨੇ ਉਹਨਾਂ ਦੇ ਨਾਲ ਅੱਜ ਪੋਲਿਟਿਕਸ ਦੀ ਗੱਲ ਘੱਟ ਕਰਾਂਗੇ ਪਰ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਪਹਿਲਾਂ ਦੀ ਲਾਈਫ ਉਹ ਕਿਵੇਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਏ ਕਿਸ ਤਰ੍ਹਾਂ ਪੋਲਿਟਿਕਸ ਦਾ ਸਫ਼ਰ ਹੋਇਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਮੈਂ ਜਿਸ ਸ਼ਖਸੀਅਤ ਦੀ ਗੱਲਬਾਤ ਕਰ ਰਹੀ ਹਾਂ ਉਹ ਨੈਸ਼ਨਲ ਬਾਸਕਟਬਾਲ ਪਲੇਅਰ ਹੈਗੇ ਨੇ ਨਾਲ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਵਲੰਟੀਅਰ ਦੇ ਤੌਰ ਤੇ ਸੇਵਾਵਾਂ ਕੀਤੀਆਂ ਨੇ ਕੈਨੇਡਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਫਿਲਾਸਫੀ ਦੇ ਵਿੱਚ ਮਾਸਟਰ ਡਿਗਰੀ ਕੀਤੀ ਸੀਗੀ ਫਿਰ ਪੋਸਟ ਗ੍ਰੈਜੂਏਸ਼ਨ ਜੋ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹ ਇੱਥੇ ਆ ਕੇ ਕੀਤੀ ਹੈ ਪੜ੍ਹਾਈ ਇੱਥੇ ਪੜ੍ਹਾਈ ਦੇ ਵਿੱਚ ਆਉਣ ਤੋਂ ਬਾਅਦ 2004 ਦੇ ਵਿੱਚ ਪਹਿਲੀ ਵਾਰ MLA ਬਣੇ ਨੇ 4 ਵਾਰ MLA ਬਣ ਚੁੱਕੇ ਨੇ ਤੇ 5ਵੀਂ ਵਾਰ ਹੁਣ ਬਣ ਗਏ ਨੇ ਕਿਉਂਕਿ ਅਸੀਂ ਵੇਟ ਕਰ ਰਹੇ ਸੀ ਮੇਲ ਇਨ ਬੈਲਟ ਦੀ ਸੋ ਇਤਿਹਾਸ ਕਾਇਮ ਕੀਤਾ 5 ਵਾਰ MLA ਬਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿਸ ਦੀ ਗੱਲ ਕਰ ਰਹੀ ਹਾਂ ਮੈਂ ਗੱਲ ਕਰ ਰਹੀ ਹਾਂ ਮਿਸਟਰ ਜਗਰੂਪ ਬਰਾੜ ਦੀ ਆਓ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਅੱਜ ਸ਼ੋਅ ਨੂੰ ਤੇ ਉਹਨਾਂ ਦੇ ਜਾਣਦੇ ਹਾਂ ਕਿ ਕੀ ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਹਾ ਕਿਸ ਤਰ੍ਹਾਂ ਦੇ ਜੋ ਮਿਨਿਸਟਰੀ ਦੇ ਵਿੱਚ ਕੀ ਕੁਝ ਕੀਤਾ ਕਿਸ ਤਰ੍ਹਾਂ ਉਹਨਾਂ ਦੇ ਸਾਲ ਰਹੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਮਿਸਟਰ ਬਰਾੜ ਜੀ ਸਵਾਗਤ ਹੈ ਅਰਸ਼ੀ ਤੁਹਾਡਾ ਤੇ ਜਿਹੜਾ ਸਾਂਝਾ ਟੀਵੀ ਤੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਬੁਲਾ ਕੇ ਬੜੇ ਜਿਹੜੇ ਖੂਬਸੂਰਤ ਟੌਪਿਕ ਦੇ ਉੱਤੇ ਗੱਲਬਾਤ ਕਰਨ ਦਾ ਔਰ ਮੈਂ ਵੀ ਤੁਹਾਡੀ ਗੱਲ ਦੇ ਵਿੱਚ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਕੋਵਿਡ-19 ਹੈ ਉਸ ਨੇ BC ਦੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸਾਡੀ ਇਕਨੋਮੀ ਨੂੰ ਪ੍ਰਭਾਵਿਤ ਕੀਤਾ ਸਾਡੇ ਆਪਣਾ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ ਇਸ ਕਰਕੇ ਇਸ ਵੇਲੇ ਜਿਹੜੇ ਕੇਸ ਹੈ ਉਹ ਬਹੁਤ ਵੱਡੀ ਪੱਧਰ ਤੇ ਵੱਧ ਚੁੱਕੇ ਔਰ ਖਾਸ ਕਰਕੇ ਸਾਊਥ ਆਫ ਦੀ ਫਰੇਜ਼ਰ ਜਿਹੜੇ ਕੇਸ ਹੈ ਉਹ ਵੱਧ ਚੁੱਕੇ ਆ ਇਸ ਕਰਕੇ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਇਹਨਾਂ ਨੇ ਜਿਵੇਂ ਅਰਸ਼ ਨੇ ਕਿਹਾ ਕਿ ਆਪਾਂ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਲਈਏ ਜਿੰਨੀ ਆਪਾਂ ਲੈ ਸਕਦੇ ਹਾਂ ਸਰਕਾਰ ਜਿਹੜੀ ਡਾਕਟਰ ਬੋਨੀ ਹੈਨਰੀ ਹੈ ਮਿਨਿਸਟਰ ਨੇ ਏਡਨ ਡਿਕਸ ਆ ਉਹ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਆ ਪਰ ਅਸੀਂ ਕੋਵਿਡ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਇਕਨੋਮੀ ਨੂੰ ਮਜ਼ਬੂਤ ਕਰਨ ਦੇ ਲਈ ਕਿਉਂਕਿ ਜੇ ਕੋਵਿਡ ਵੱਧ ਜਾਂਦਾ ਸਾਨੂੰ ਬਹੁਤ ਕੁਝ ਬੰਦ ਕਰਨਾ ਪੈਂਦਾ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਇਸ ਕਰਕੇ ਸਾਡੀ ਹੱਥ ਬੰਨ੍ਹ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਘਰੇ ਪਾਰਟੀਆਂ ਹੋ ਰਹੀਆਂ ਉਹਨਾਂ ਨੂੰ ਆਪਾਂ ਬੰਦ ਕਰੀਏ ਜਾਂ ਹੋਰ ਕਿਸੇ ਪਾਰਟੀ 'ਤੇ ਜਾਣਾ ਬੰਦ ਕਰੀਏ ਥੋੜ੍ਹੇ ਸਮੇਂ ਦੀ ਗੱਲ ਹੈਗੀ ਹੈ ਉਹਦੇ ਨਾਲ ਜੇ ਅਸੀਂ ਕੋਵਿਡ-19 ਨੂੰ ਕਾਬੂ ਕਰ ਲੈਂਦੇ ਹਾਂ ਅਸੀਂ ਆਪਣੀ ਇਕਨੋਮੀ ਨੂੰ ਵੀ ਚੱਲਦਾ ਰੱਖ ਸਕਦੇ ਹਾਂ ਅਤੇ ਆਪਣੇ ਲੋਕਾਂ ਦਾ ਰੁਜ਼ਗਾਰ ਵੀ ਜਿਹੜਾ ਹੈਗਾ ਉਹ ਬਣਾਈ ਰੱਖ ਸਕਦੇ ਹਾਂ ਅਤੇ ਆਪਣੀ ਸਿਹਤ ਨੂੰ ਵੀ ਠੀਕ ਕਰਕੇ ਰੱਖ ਸਕਦੇ ਹਾਂ ਸੋ ਇਹੀ ਤੁਹਾਨੂੰ ਬੇਨਤੀ ਹੈ ਮਿਸਟਰ ਬਰਾੜ ਸਭ ਤੋਂ ਪਹਿਲਾਂ ਕੰਗਰੈਚੁਲੇਸ਼ਨਸ ਹੁਣ ਤਾਂ ਆਫੀਸ਼ੀਅਲ ਕੰਗਰੈਚੁਲੇਸ਼ਨਸ ਹੋ ਗਈਆਂ ਨੇ ਕਿਉਂਕਿ ਅੱਜ ਮੇਲ ਇਨ ਬੈਲਟ ਦਾ ਰਿਜ਼ਲਟ ਵੀ ਹੌਲੀ ਆ ਰਿਹਾ ਹੈਗਾ ਚਾਹੇ ਰਫਲੀ ਅੰਕੜੇ ਮਿਲੇ ਹੈਗੇ ਨੇ ਪਰ ਫਿਰ ਵੀ ਉਹਦੇ ਵਿੱਚ ਵੀ ਤੁਸੀਂ ਲੀਡ ਕੀਤੀ ਹੈਗੀ ਹੈ ਸੋ 5ਵੀਂ ਵਾਰ MLA ਬਣ ਕੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਜੀ ਮੈਂ ਤਾਂ ਧੰਨਵਾਦ ਕਰਦਾ ਜਿਹੜਾ ਸਰੀ ਦੇ ਲੋਕਾਂ ਦਾ ਖਾਸ ਕਰਕੇ ਜਿਹੜੇ ਫਰੀਦਕੋਟ ਦੇ ਲੋਕ ਨੇ ਕਿ 5 ਵਾਰੀ ਚੁਣੇ ਜਾਣਾ ਜੀ ਇੱਕ ਆਪਣਾ ਸ਼ਹਿਰ ਦੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਸਨਮਾਨ ਹੈ ਜਿਹੜਾ ਲੋਕਾਂ ਨੇ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੇ ਜਦੋਂ ਵੀ ਮੈਨੂੰ ਚੁਣ ਕੇ ਭੇਜਿਆ ਵਿਕਟੋਰੀਆ ਦੇ ਵਿੱਚ ਮੈਂ ਲੋਕਾਂ ਦੀ ਨੁਮਾਇੰਦਗੀ ਉੱਥੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਾਂ ਉੱਥੇ ਜਾ ਕੇ ਪੂਰੀ ਦਲੇਰੀ ਦੇ ਨਾਲ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਉਹ ਕੀਤੀ ਹੈ ਜਾਂ ਮੇਰੇ ਜਿਹੜਾ ਦਫ਼ਤਰ ਹਲਕੇ ਦੇ ਵਿੱਚ ਉੱਥੇ ਲੋਕ ਆਉਂਦੇ ਨੇ ਆਪਣੇ ਕੋਈ ਪਰਸਨਲ ਕੰਮ ਲੈ ਕੇ ਜਿਹੜੇ ਕਿਸੇ ਦਾ ਕੇਸ ਹੁੰਦਾ BC ਸਰਕਾਰ ਤੱਕ ਜਾਂ ਈਵਨ ਫੈਡਰਲ ਸਰਕਾਰ ਤੱਕ ਜਾਂ ਸਿਟੀ ਸਰਕਾਰ ਤੱਕ ਮੈਂ ਹਮੇਸ਼ਾ ਹੀ ਮੇਰੇ ਦਰਵਾਜ਼ੇ ਉਹਨਾਂ ਵਾਸਤੇ ਖੁੱਲ੍ਹੇ ਰਹੇ ਚਾਹੇ ਤੁਸੀਂ ਮੈਨੂੰ ਵੋਟ ਪਾਈ ਹੈ ਜਾਂ ਮੈਨੂੰ ਨਹੀਂ ਵੀ ਵੋਟ ਪਾਈ ਜੋ ਵੀ ਮੇਰੇ ਕੋਲ ਕੰਸਟੀਚਿਊਂਟ ਆਉਂਦਾ ਉਹਦੀ ਮੈਂ ਗੱਲਬਾਤ ਸੁਣ ਕੇ ਉਹਦੀ ਮਦਦ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦਾ ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ ਸੋ ਮੈਂ ਇੱਕ ਵਾਰੀ ਫੇਰ ਜਿਹੜਾ ਇਹ ਬਹੁਤ ਵੱਡਾ ਸਨਮਾਨ ਹੈ ਕਿ 5ਵੀਂ ਵਾਰੀ ਲੋਕਾਂ ਦੇ ਨੁਮਾਇੰਦੇ ਚੁਣੇ ਜਾਣਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦਿਲੋਂ ਕਿ ਤੁਸੀਂ ਮੇਰੇ ਇੱਕ ਵਾਰੀ ਫੇਰ ਜਿਹੜਾ ਆਪਣਾ ਟਰਸਟ ਆਪਣੇ ਜਿਹੜਾ ਹੈਗਾ ਉਹ ਮੇਰੇ ਵਿੱਚ ਪਾਇਆ
ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਬਹੁਤ ਸਾਰੇ ਲੋਕ ਹੈਗੇ ਜਿਹੜੇ ਤੁਹਾਨੂੰ ਮਿਨਿਸਟਰੀ ਵਿੱਚ ਵੀ ਦੇਖਣਾ ਚਾਹੁੰਦੇ ਆ, ਤੇ ਸਾਡੀਆਂ ਆਸਾਂ ਜਿਹੜੀਆਂ ਸਾਰਿਆਂ ਦੀਆਂ ਬਣੀਆਂ ਹੋਈਆਂ ਨੇ ਕਿ ਕੀ ਨਿਊਜ਼ ਆਉਂਦੀ ਹੈ ਵਿਕਟੋਰੀਆ ਦੇ ਵੱਲੋਂ। ਪਰ ਮੇਲ ਇਨ ਬੈਲਟ ਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਵੀ ਜਿਵੇਂ ਮੈਂ ਦੱਸਿਆ ਕਿ ਰਫਲੀ ਆ ਗਏ ਹੈਗੇ। ਤੁਹਾਨੂੰ ਕੀ ਲੱਗਦਾ ਕਿ ਪੂਰੀਆਂ ਜਿੰਨੀਆਂ ਵੀ ਸੀਟਸ ਸੀਗੀਆਂ ਸਾਰੇ ਦੇ ਰਿਜ਼ਲਟ ਆਉਣ ਨੂੰ ਕਿੰਨਾ ਟਾਈਮ ਲੱਗ ਜਾਣਾ? ਮੇਲ ਇਨ ਬੈਲਟ ਜਿਹੜੀ ਪਹਿਲੀ ਗੱਲ ਤਾਂ ਸਮਝਣ ਦੀ ਗੱਲ ਇਹ ਹੈਗੀ ਕਿ ਅੱਜ ਸਵੇਰੇ ਜਿਹੜੇ ਹੈਗੇ ਉਹ ਸ਼ੁਰੂ ਹੋਏ ਨੇ। ਅੱਜ ਸਵੇਰੇ ਸ਼ੁਰੂ ਹੋ ਕੇ ਅੱਜ ਪਹਿਲਾ ਦਿਨ ਹੈ, ਉਹ ਮੇਰੇ ਖਿਆਲ 5 ਵਜੇ ਤੱਕ ਆਮ ਤੌਰ ਦੇ ਉੱਤੇ ਸਾਰੇ ਜਿਹੜੇ ਹਲਕਿਆਂ ਦੇ ਵਿੱਚ ਹੋਏ। ਹਰ ਹਲਕੇ ਦੇ ਜਿਹੜੇ ਮੇਲ ਇਨ ਬੈਲਟ ਨੇ ਉਸੇ ਹਲਕੇ ਦੇ ਵਿੱਚ ਹੀ ਹੋ ਰਿਹਾ, ਇਕੱਲੇ ਹਲਕੇ ਦੇ ਵਿੱਚ। ਸੋ ਪਿਛਲੇ 2 ਵੀਕ ਜੇ ਆਪਾਂ ਦੇਖੀਏ ਬਰੀਕੀ ਦੇ ਵਿੱਚ ਤਾਂ ਕੀ ਹੋਇਆ, ਪਿਛਲੇ 2 ਵੀਕ ਦੇ ਵਿੱਚ ਕਿਉਂਕਿ ਜਿਹੜੇ ਮੇਲ ਇਨ ਬੈਲਟ ਸੀਗੇ ਉਹ ਕੋਈ ਵੀ ਵਿਅਕਤੀ ਕਿਤੇ ਵੀ ਜਾ ਕੇ ਪਾ ਸਕਦਾ ਸੀ। ਜੇ ਤੁਸੀਂ ਫਰੀਦਕੋਟ ਚ ਰਹਿੰਦੇ ਹੋ ਜ਼ਰੂਰੀ ਨਹੀਂ ਕਿ ਫਰੀਦਕੋਟ ਦੇ ਵਿੱਚ ਜਾ ਕੇ ਤੁਸੀਂ ਪਾਉਣਾ, ਤੁਸੀਂ ਨਿਊਟਨ ਚ ਵੀ ਪਾ ਸਕਦੇ, ਤੁਸੀਂ ਵਿਕਟੋਰੀਆ ਚ ਵੀ ਪਾ ਸਕਦੇ ਸੀਗੇ। ਕੁਝ ਮੇਲ ਇਨ ਬੈਲਟ ਸ਼ੁਰੂ ਦੇ ਵਿੱਚ ਵਿਕਟੋਰੀਆ ਵੀ ਗਏ ਆ। ਸੋ ਉਹ ਸਾਰੇ ਦੇ ਸਾਰੇ ਹੁਣ ਜਿਹੜੀ ਸਕਰੀਨਿੰਗ ਹੋ ਕੇ ਬਹੁਤ ਵੱਡੇ ਪੱਧਰ ਦੇ ਉੱਤੇ 87 ਦੇ 87 ਹਲਕਿਆਂ ਦੇ ਉਹ ਸਕਰੀਨ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਭੇਜ ਦਿੱਤੇ ਗਏ। ਹੁਣ ਉਹਨਾਂ ਹਲਕਿਆਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀ ਕਾਊਂਟਿੰਗ ਜਿਹੜੀ ਸ਼ੁਰੂ ਹੋਣੀ ਹੈ, ਉਹ ਕਾਊਂਟਿੰਗ ਦਾ ਪ੍ਰੋਸੈਸ ਵੀ ਥੋੜਾ ਜਿਹੜਾ ਆਮ ਬੈਲਟ ਜਿਹੜੇ ਹੁੰਦੇ ਉਹਨਾਂ ਨੂੰ ਥੋੜਾ ਕੰਪਲਿਕੇਟਡ ਹੈਗਾ। ਸੋ ਹੁਣ ਉੱਥੇ ਉਹ ਜਿਹੜੀ ਉਹਨਾਂ ਦੀ ਗਿਣਤੀ ਸ਼ੁਰੂ ਹੋਈ ਹੈ, ਗਿਣਤੀ ਅੱਜ ਸ਼ੁਰੂ ਹੋਈ ਹੈ। ਮੇਰੇ ਹਲਕੇ ਦੇ ਵਿੱਚ ਅੱਜ ਸਵੇਰੇ 9 ਵਜੇ ਗਿਣਤੀ ਸ਼ੁਰੂ ਹੋਈ ਸੀ। ਉਹ ਗਿਣਤੀ ਮੇਰੇ ਹਲਕੇ 'ਚ ਪੂਰੀ ਹੋ ਚੁੱਕੀ ਹੈ। ਮੈਨੂੰ ਉਮੀਦ ਹੈ ਵੀ ਹੋ ਸਕਦਾ ਬਹੁਤ ਸਾਰੇ ਹੋਰ ਹਲਕਿਆਂ ਦੇ ਵਿੱਚ ਵੀ ਪੂਰੀ ਹੋ ਚੁੱਕੀ ਹੋਵੇ, ਪਰ ਉਮੀਦ ਇਹ ਕੀਤੀ ਜਾਂਦੀ ਹੈ ਕਿ ਕੱਲ ਸ਼ਾਮ ਤੱਕ ਯਾਨੀ ਸੈਟਰਡੇ ਸ਼ਾਮ ਤੱਕ ਮੈਜੋਰਟੀ ਜਿਹੜੇ ਹਲਕੇ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਪੂਰੀ ਹੋ ਜਾਊਗੀ। ਪਰ ਕਿਤੇ ਨਾ ਕਿਤੇ ਜਿੱਥੇ ਬਹੁਤ ਕਲੋਜ਼ ਰੇਸ ਹੈਗੀ ਹੈ, ਜਿੱਥੇ ਹੋ ਸਕਦਾ ਕਈ ਥਾਵਾਂ ਦੇ ਉੱਤੇ ਰੀਕਾਊਂਟਿੰਗ ਵੀ ਹੁੰਦੀ ਹੋਵੇ ਜਾਂ ਕਲੋਜ਼ ਰੇਸ ਹੈ ਜਾਂ ਮੇਲ ਇਨ ਬੈਲਟ ਬਹੁਤ ਜ਼ਿਆਦਾ ਨੇਗੇ, ਉਹ ਸੈਟਰਡੇ ਤੱਕ ਵੀ ਜਾ ਸਕਦਾ। ਹਾਂਜੀ, ਸ਼ਨੀਵਾਰ ਤੱਕ ਵੀ। ਸੋ ਉਹ ਕਲੀਅਰ ਹੋ ਜਾਣਾ ਹੈਗਾ, ਫਿਰ ਅਧਿਕਾਰਿਕ ਤੌਰ ਤੇ ਅਸੀਂ ਐਮਐਲਏ ਇਲੈਕਟ ਦੀ ਥਾਂ ਤੇ ਐਮਐਲਏ ਲਿਖ ਸਕਦੇ ਹੈਗੇ ਆ ਸਾਰਿਆਂ ਨੂੰ। ਸੋ ਨਾਲ ਹੁਣ ਮਿਸਟਰ ਬਰਾੜ ਜੇ ਤੁਹਾਡੀ ਗੱਲ ਕਰੀਏ ਤਾਂ ਤੁਹਾਨੂੰ 5 ਵਾਰ ਤੁਸੀਂ ਇੱਥੇ ਐਮਐਲਏ ਰਹਿ ਚੁੱਕੇ ਆ ਸਰੀ ਦੇ ਵਿੱਚ। 1994 ਦੇ ਵਿੱਚ ਤੁਸੀਂ ਸਰੀ ਦੇ ਵਿੱਚ ਮੂਵ ਹੋਏ ਸੀ, ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਆਏ ਸੀ। ਸੋ ਉਹ ਜਦੋਂ ਟਾਈਮ ਹੁੰਦਾ ਹੈ ਕਿ ਜਦੋਂ ਤੁਸੀਂ ਆਪ ਸਟੂਡੈਂਟ ਹੁੰਦੇ ਹੋ, ਫਿਰ ਰਾਜਨੀਤੀ ਦੇ ਵਿੱਚ ਆਉਣਾ, ਫਿਰ ਲੀਡਰ ਦੇ ਤੌਰ ਦੇ ਉੱਤੇ ਸਾਹਮਣੇ ਆਉਣਾ, ਪਰ ਉਹ ਜਗਰੂਪ ਜਿਹੜੇ ਇੰਡੀਆ ਦੇ ਵਿੱਚ ਸੀ, ਸੋ ਕੈਨੇਡਾ ਦੇ ਵਿੱਚ ਆਉਣਾ। ਇੰਡੀਆ ਦੇ ਵਿੱਚ ਤੁਸੀਂ ਪਹਿਲਾਂ ਸਟੂਡੈਂਟ ਸੀ, ਸਟੂਡੈਂਟ ਦੇ ਤੌਰ ਤੇ ਇੱਥੇ ਆਏ ਜਾਂ ਉੱਥੇ ਵੀ ਕੰਮ ਕੀਤਾ? ਹਾਂਜੀ, ਮੈਂ ਇੰਡੀਆ ਦੇ ਵਿੱਚ ਪਹਿਲੀ ਗੱਲ ਮੈਂ ਤੁਹਾਨੂੰ ਇੰਡੀਆ ਬਾਰੇ ਦੱਸਦਾ। ਇੰਡੀਆ ਦੇ ਵਿੱਚ ਜੀ ਮੈਂ ਮਾਸਟਰਜ਼ ਇਨ ਫਿਲਾਸਫੀ ਕੀਤੀ ਸੀਗੀ। ਉਸ ਤੋਂ ਪਹਿਲਾਂ ਮੈਂ ਜਿਹੜਾ ਸਪੋਰਟਸ ਦੇ ਵਿੱਚ ਕਾਫੀ ਐਕਟਿਵ ਰਿਹਾ, ਕਾਲਜ ਦੇ ਵਿੱਚ, ਫਿਰ ਯੂਨੀਵਰਸਿਟੀ ਦੇ ਵਿੱਚ, ਜਾਂ ਉਸ ਤੋਂ ਬਾਅਦ ਵੀ। ਸੋ ਉਹਦੇ ਵਿੱਚ ਮੈਂ 5 ਵਾਰੀ ਜਿਹੜੀ ਸਾਡੀ ਯੂਨੀਵਰਸਿਟੀ ਨੂੰ ਰੈਪਰੈਜ਼ੈਂਟ ਕੀਤਾ, ਜਿਹੜੀ ਸਾਡੀ ਇੰਟਰਨੈਸ਼ਨਲ ਇੰਟਰ ਯੂਨੀਵਰਸਿਟੀ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ। ਮੈਂ ਜਿਹੜੀ ਟੋਟਲ ਮੁਲਕ ਦੀਆਂ ਸਾਰੀਆਂ ਯੂਨੀਵਰਸਿਟੀ ਸੀਗੀਆਂ, ਉਸ ਵੇਲੇ ਕੋਈ 200 ਤੋਂ ਉੱਪਰ ਯੂਨੀਵਰਸਿਟੀ ਸੀਗੀਆਂ, ਉਹਨਾਂ ਦੀ ਇੱਕ ਟੀਮ ਬਣੀ ਸੀ, ਮੈਂ ਉਹਦਾ ਮੈਂਬਰ ਵੀ ਸੀਗਾ। ਉਸ ਤੋਂ ਬਾਅਦ ਮੈਂ ਇੰਡੀਅਨ ਟੀਮ ਦਾ ਜਿਹੜਾ ਮੈਂਬਰ ਬਣ ਕੇ ਵੀ ਮੈਨੂੰ ਖੇਡਣ ਦਾ ਮੌਕਾ ਮਿਲਿਆ, ਬੜਾ ਵੱਡਾ ਸਨਮਾਨ ਇਹ ਵੀ ਹੈਗਾ। ਪਰ ਉਹ ਸਫ਼ਰ ਕਰਨ ਤੋਂ ਬਾਅਦ ਮੈਂ ਇੱਕ ਸਟੇਜ ਤੇ ਜਾ ਕੇ ਇਹ ਫੈਸਲਾ ਕੀਤਾ ਕਿ ਨਹੀਂ, ਮੈਂ ਪੜ੍ਹਨਾ। ਤੇ ਫਿਰ ਮੈਂ ਵਾਪਸ ਕੁਝ ਗੈਪ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਗਿਆ ਸੀਗਾ। ਯੂਨੀਵਰਸਿਟੀ ਜਾ ਕੇ ਮੈਂ ਜਿਹੜੀ ਮਾਸਟਰਜ਼ ਇਨ ਫਿਲਾਸਫੀ ਜਿਹੜੀ ਕੀਤੀ, ਉਹਦੇ 'ਚ ਮੈਂ ਯੂਨੀਵਰਸਿਟੀ ਦੇ ਵਿੱਚੋਂ ਟੌਪ ਆਇਆ ਸੀਗਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ। ਉਹ ਕਰਨ ਤੋਂ ਬਾਅਦ ਮੈਂ ਇੱਕ ਜਿਹੜਾ ਹੈਗਾ ਸਾਲ ਕਾਲਜ ਦੇ ਵਿੱਚ ਟੀਚ ਵੀ ਕਰਦਾ ਰਿਹਾ। 1 ਸਾਲ ਮੈਂ ਕਾਲਜ ਟੀਚ ਕੀਤਾ ਤੇ ਫਿਲਾਸਫੀ ਪੜ੍ਹਾਈ ਹੈ ਵਿਦਿਆਰਥੀਆਂ ਨੂੰ। ਉਸ ਤੋਂ ਬਾਅਦ ਮੇਰੀ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਪੰਜਾਬ ਦਾ ਇੱਕ ਹਾਈਐਸਟ ਕਮਿਸ਼ਨ ਹੈਗਾ, ਜਿਹੜਾ ਭਰਤੀ ਕਰਦਾ ਲੋਕਾਂ ਦੀ, ਜਿਹੜੇ ਵਾਈਟ ਕਾਲਰ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੀ ਭਰਤੀ ਕਰਦਾ, ਉਹਦੇ 'ਚ ਮੇਰੀ ਸਿਲੈਕਸ਼ਨ ਹੋਈ ਸੀ। ਜੋ ਯੂਥ ਸਰਵਿਸ ਡਿਪਾਰਟਮੈਂਟ ਤੋਂ ਸੀਗਾ, ਉਹਦੇ 'ਚ ਮੈਂ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਉੱਥੇ ਚੁਣਿਆ ਗਿਆ ਸੀਗਾ। ਮੈਂ 3 ਸਾਲ ਉਹਦੇ ਜਿਹੜੇ ਉੱਥੇ ਲਾਏ ਨੇ। 3 ਸਾਲ ਉੱਥੇ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਇੱਥੇ ਜਿਹੜਾ ਮੈਨੀਟੋਬਾ ਦੇ ਵਿੱਚ ਆਇਆ ਸੀ। ਮੇਰੀ ਇੱਥੇ ਫੈਮਿਲੀ ਸੀਗੀ, ਵੱਡੇ ਭਾਈ ਸਾਹਿਬ ਸੀਗੇ ਮੇਰੇ ਜਸਵੰਤ ਸਿੰਘ ਬਰਾੜ, ਉਹਨਾਂ ਨੇ ਮੈਨੂੰ ਉਦੋਂ ਸਪਾਂਸਰ ਕੀਤਾ ਸੀ। ਉਦੋਂ ਫਿਰ ਮੈਂ ਇੱਥੇ ਆਇਆ ਤੇ ਇੱਥੇ ਆਉਣ ਤੋਂ ਬਾਅਦ ਫਿਰ ਮੈਂ ਯੂਨੀਵਰਸਿਟੀ ਦੁਆਰੇ ਫਿਰ ਇੱਥੇ ਯੂਨੀਵਰਸਿਟੀ ਜਾਣਾ ਪਿਆ ਮੈਨੂੰ। ਜੀ, ਸੋ ਤੁਸੀਂ ਬਾਸਕਟਬਾਲ ਦੇ ਪਲੇਅਰ ਰਹੇ ਹੈਗੇ ਆ, ਸੋ 6 ਫੁੱਟ 2 ਇੰਚ ਹਾਈਟ ਦਾ ਫਾਇਦਾ ਲਿਆ ਕਿ ਰੁਚੀ ਸੀਗੀ ਬਾਸਕਟਬਾਲ ਦੇ ਵਿੱਚ? ਬਾਸਕਟਬਾਲ ਦੇ ਵਿੱਚ ਹੀ ਐਕਚੁਅਲੀ ਜਿਹੜਾ ਮੇਰੇ ਪਿੰਡ ਦਿਉਣ ਦੇ ਵਿੱਚ, ਮੇਰਾ ਪਿੰਡ ਦਿਉਣ ਹੈਗਾ ਜੀ, ਬਠਿੰਡੇ ਦੇ ਕੋਲੇ ਪਿੰਡ ਹੈਗਾ। ਸਾਡੇ ਪਿੰਡ ਦੇ ਵਿੱਚ ਉਸ ਵੇਲੇ ਬਾਸਕਟਬਾਲ ਦਾ ਗਰਾਊਂਡ ਸੀਗਾ ਤੇ ਸਾਡੇ ਜਿਹੜੇ ਮਾਸਟਰ ਜਿਹੜੇ ਸੀਗੇ ਫਿਜ਼ੀਕਲ ਐਜੂਕੇਸ਼ਨ ਦੇ, ਉਹਨਾਂ ਦਾ ਵੀ ਕਾਫੀ ਇੰਟਰਸਟ ਸੀਗਾ ਤੇ ਉਹ ਉੱਥੇ ਖਿਡਾਉਂਦੇ ਹੁੰਦੇ ਸੀਗੇ। ਸੋ ਜਾਗ ਜਿਹੜੀ ਲੱਗੀ ਆ ਉਹ ਤਾਂ ਪਿੰਡ ਦੇ ਵਿੱਚੋਂ ਹੀ ਲੱਗ ਗਈ ਸੀਗੀ। ਪਰ ਉਸ ਤੋਂ ਬਾਅਦ ਮੈਂ ਜਾ ਕੇ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ, ਉੱਥੇ ਜਿਹੜਾ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਉਦੋਂ ਉਸ ਵੇਲੇ ਉਹਨੂੰ ਕਹਿੰਦੇ ਸਪੋਰਟਸ ਵਿੰਗ ਹੁੰਦਾ ਸੀਗਾ, ਕਿ ਸਪੋਰਟਸ ਵਾਲੇ ਜਿਹੜੇ ਸਟੂਡੈਂਟ ਸੀ ਉਹਨਾਂ ਦੀਆਂ ਸੀਟਾਂ ਸਪੈਸ਼ਲ ਹੁੰਦੀਆਂ ਸੀਗੀਆਂ। ਸਪੈਸ਼ਲ ਤੋਂ ਭਾਵ ਇਹ ਹੈਗਾ ਕਿ ਉਹਨਾਂ ਨੂੰ ਰਹਿਣ ਵਾਸਤੇ ਅਕੋਮੋਡੇਸ਼ਨ ਫ੍ਰੀ ਹੁੰਦੀ ਸੀ, ਉਹਨਾਂ ਦਾ ਖਾਣਾ ਪੀਣਾ ਫ੍ਰੀ ਹੁੰਦਾ ਸੀਗਾ, ਪਰ ਉਹਨਾਂ ਨੂੰ ਸਵੇਰੇ
ਆਪਣਾ 7 ਵਜੇ ਗਰਾਊਂਡ ਦੇ ਵਿੱਚ ਹੋਣਾ ਚਾਹੀਦਾ ਸੀ, ਸ਼ਾਮ ਨੂੰ ਆਫਟਰ ਜਿਹੜੀਆਂ ਕਲਾਸਾਂ ਫਿਰ ਵੀ ਗਰਾਊਂਡ 'ਚ ਜਾਣਾ ਪੈਂਦਾ ਸੀਗਾ। ਉਹ ਤੁਹਾਡੇ ਵਾਸਤੇ ਲਾਜ਼ਮੀ ਸੀ। ਫਿਰ ਉਹਦੇ ਵਿੱਚ ਭਰਤੀ ਹੋਇਆ, ਉੱਥੇ ਹੋਰ ਜਿਹੜੀ ਪ੍ਰੈਕਟਿਸ ਕੀਤੀ, ਤਾਂ ਉਸ ਤੋਂ ਅੱਗੇ ਜਿਹੜਾ ਹੈਗਾ ਉਹ ਬਾਸਕਟਬਾਲ ਦਾ ਸਫ਼ਰ ਜਿਹੜਾ ਉਹ ਚੱਲਿਆ। ਮੈਂ ਕੋਈ 10 ਸਾਲ ਜ਼ਿੰਦਗੀ ਦੇ ਬਾਸਕਟਬਾਲ ਦੀ ਫੀਲਡ ਨੂੰ ਦਿੱਤੇ। ਉਸ ਨੇ, ਮੈਂ ਸਮਝਦਾ ਕਿ ਮੈਨੂੰ ਬਹੁਤ ਕੁਝ ਦਿੱਤਾ। ਠੀਕ ਹੈ, ਮੈਂ ਮੇਰੀ ਜਿਹੜੀ ਰੈਪਰਜੈਂਟੇਸ਼ਨ ਹੈਗੀ ਆ ਆਪਣਾ ਯੂਨੀਵਰਸਿਟੀ ਲੈਵਲ ਦੇ ਉੱਤੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹ ਇੱਕ ਚੀਜ਼ ਹੈ, ਉਹ ਵੀ ਬੜੀ ਵੱਡੀ ਪ੍ਰਾਪਤੀ ਹੈ। ਪਰ ਖੇਡਾਂ ਦੇ ਮੈਦਾਨ ਦੇ ਵਿੱਚੋਂ ਮੈਂ ਇਹ ਵੀ ਦੱਸਣਾ ਚਾਹੁੰਦਾ, ਬਹੁਤ ਸਾਰੇ ਮਾਪੇ ਵੀ ਦੇਖਦੇ ਸੁਣਦੇ ਹੋਣਗੇ ਜਾਂ ਨੌਜਵਾਨ ਵਿਦਿਆਰਥੀ ਵੀ ਸੁਣਦੇ ਹੋਣਗੇ ਕਿ ਖੇਡ ਦੇ ਵਿੱਚੋਂ ਤੁਹਾਨੂੰ ਬੜਾ ਕੁਝ ਮਿਲਦਾ। ਇੱਕ ਤਾਂ ਸੈਲਫ ਡਿਸਿਪਲਿਨ ਮਿਲਦਾ, ਇੱਕ ਤੁਹਾਨੂੰ ਹਾਰਡ ਵਰਕ ਮਿਲਦਾ। ਇੱਕ ਜਿਹੜਾ ਸਭ ਤੋਂ ਔਖਾ ਕੰਮ ਜ਼ਿੰਦਗੀ 'ਚ ਹੁੰਦਾ ਉਹ ਹੈਗਾ ਕਿ ਜਿੱਤ ਨੂੰ ਹਜ਼ਮ ਕਰਨਾ ਤੇ ਡਿਫੀਟ ਨੂੰ ਸਹਿਣਾ। ਇਹ ਦੋ ਚੀਜ਼ਾਂ ਬੜੀਆਂ ਵੱਡੀਆਂ ਹੁੰਦੀਆਂ। ਬਹੁਤ ਸਾਰੇ ਬੰਦੇ, ਵਿਅਕਤੀ ਜਿੱਤ ਨੂੰ ਹੀ ਕਈ ਹਜ਼ਮ ਨਹੀਂ ਕਰ ਸਕਦੇ, ਉਹਦੇ ਵਿੱਚੋਂ ਹੀ ਗਲਤੀ ਕਰ ਬੈਂਦੇ ਆ, ਤੇ ਡਿਫੀਟ ਤੇ ਆ ਕੇ ਬਹੁਤ ਸਾਰੇ ਬੰਦੇ ਡਿਸਟਰੋਏ ਵੀ ਹੋ ਜਾਂਦੇ। ਪਰ ਉਹ ਤੁਹਾਨੂੰ ਸਪੋਰਟਸ ਦੀ ਫੀਲਡ ਸਿਖਾਉਂਦੀ ਹੈ ਕਿ ਜੇ ਹਾਰ ਹੋ ਵੀ ਜਾਂਦੀ ਹੈ ਤਾਂ ਤੁਸੀਂ ਚੱਲਦੇ ਰਹਿਣਾ ਆਪਣੇ ਸਫ਼ਰ ਦੇ ਉੱਤੇ, ਕੋਈ ਤੁਹਾਡਾ ਮਾਰਗ ਉਹ ਚੱਲ ਰਿਹਾ, ਉਹ ਬੰਦ ਨਹੀਂ ਹੋਇਆ। ਸੋ ਮੈਨੂੰ ਖੇਡਾਂ ਨੇ ਇਸ ਤਰੀਕੇ ਨਾਲ ਮੇਰੀ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪੋਜ਼ਿਟਿਵ ਜਿਹੜੀ ਚੀਜ਼ ਐਡ ਕੀਤੀ ਹੈ, ਉਹ ਜ਼ਿੰਦਗੀ ਦਾ ਪਰਸਪੈਕਟਿਵ ਮੇਰਾ ਜਿਹੜਾ ਉਹਨੇ ਚੇਂਜ ਕੀਤਾ, ਉਹ ਬਹੁਤ ਵੱਡਾ। ਬਿਲਕੁਲ, ਜਦੋਂ ਖੇਡਾਂ ਦੀ ਗੱਲ ਆਉਂਦੀ ਹੈ ਤਾਂ ਤੁਹਾਡੀ ਫਿਜ਼ੀਕ ਨੂੰ ਤਾਂ ਵਧੀਆ ਰੱਖਦੀਆਂ ਹੀ ਰੱਖਦੀਆਂ, ਤੁਹਾਡੀ ਮੈਂਟਲ ਹੈਲਥ ਨੂੰ ਵੀ ਵਧੀਆ ਰੱਖਦੀਆਂ, ਤੁਹਾਨੂੰ ਸ਼ੇਅਰਿੰਗ ਆਉਂਦੀ ਹੈ, ਤੁਹਾਨੂੰ ਟੀਮ ਦੇ ਨਾਲ ਕੰਮ ਕਰਨਾ ਆਉਂਦਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖੇਡਾਂ ਸਿਖਾਉਂਦੀਆਂ ਹੈਗੀਆਂ ਨੇ। ਸੋ ਤਾਈਓ ਛੋਟੇ ਬੱਚਿਆਂ ਨੂੰ ਕਹਿੰਦੇ ਆ ਕਿ ਸਪੋਰਟਸ ਦੇ ਵਿੱਚ ਜ਼ਰੂਰ ਪਾਓ ਤੁਸੀਂ। ਸੋ ਤੁਸੀਂ ਜਦੋਂ ਫਿਰ ਕੈਨੇਡਾ ਦੇ ਵਿੱਚ ਆ ਕੇ, ਮੈਨੂੰ ਲੱਗਦਾ ਪੂਰੀ ਲਾਈਫ ਜਿਹੜੀ ਤੁਹਾਡੀ ਚੇਂਜ ਹੋ ਗਈ, ਕਿਉਂਕਿ ਇੰਡੀਆ ਦੇ ਵਿੱਚ ਅਸੀਂ ਡਿਫਰੈਂਟ এনवायरमेंट ਦੇ ਵਿੱਚ ਵੱਡੇ ਹੁੰਦੇ ਆ, ਤੇ ਇੱਥੇ ਆ ਕੇ ਡਿਫਰੈਂਟ এনवायरमेंट ਹੁੰਦਾ। ਇੱਥੇ ਰੂਲਸ, ਲਾਅ, ਰੈਗੂਲੇਸ਼ਨਸ ਸਾਰੀਆਂ ਅਲੱਗ-ਅਲੱਗ ਹੁੰਦੀਆਂ। ਸੋ ਇੱਥੇ ਜਦੋਂ ਜਰਨੀ ਦੀ ਸਟਾਰਟ ਹੋਈ, ਕਿਸ ਤਰ੍ਹਾਂ ਲੱਗਿਆ ਆ ਕੇ? ਇੱਥੇ ਸ਼ੁਰੂ 'ਚ ਆ ਕੇ ਬਹੁਤ ਔਖਾ ਲੱਗਿਆ ਜੀ। ਇੱਕ ਤਾਂ ਇਹ ਸੀਗਾ ਕਿ ਜਦੋਂ ਉੱਥੋਂ ਆਉਂਦੇ ਤੁਸੀਂ, ਮੈਂ ਉੱਥੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਹਿ ਦਈਏ ਪੂਰਾ ਸੈੱਟ ਸੀ। ਮੇਰੇ ਕੋਲ ਗਜ਼ਟਡ ਪੋਜੀਸ਼ਨ ਸੀਗੀ, ਮੇਰਾ ਆਪਣਾ ਦਫ਼ਤਰ ਸੀ ਪਟਿਆਲੇ ਦੇ ਵਿੱਚ, ਮੈਂ ਡਿਸਟ੍ਰਿਕਟ ਦਾ ਹੈੱਡ ਸੀ ਆਪਣੇ ਮਹਿਕਮੇ ਦਾ, ਮੇਰੇ ਕੋਲ ਸਟਾਫ ਸੀਗਾ ਵਗੈਰਾ ਵਗੈਰਾ ਵਗੈਰਾ, ਤੇ ਜਿਹੜਾ ਹੈਗਾ ਮੇਰੇ ਕੋਲੇ ਟਾਈਮਲੀ ਅਫੀਸ਼ੀਅਲ ਕਾਰ ਵੀ ਸੀਗੀ। ਸੋ ਉਹ ਤੁਸੀਂ ਉਸ ਸਿਸਟਮ ਦੇ ਵਿੱਚ ਇੰਜੋਏ ਕਰਨ ਲੱਗੇ ਨਾ, ਤੁਸੀਂ ਜਿਹੜਾ ਆਪਣਾ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਦੇ ਨਾਲ ਕਨੈਕਟਡ ਹੋ, SSP ਨਾਲ ਕਨੈਕਟਡ ਹੋ, ਜਿਹੜਾ ਕਮਿਸ਼ਨਰ ਦੇ ਨਾਲ ਕਨੈਕਟਡ ਹੋ, ਉਹਨਾਂ ਦੀ ਮੀਟਿੰਗਾਂ 'ਚ ਬਹਿੰਦੇ ਹੋ, ਉਹ ਤੁਹਾਨੂੰ ਜਦੋਂ ਤੁਸੀਂ ਉਹ ਯੰਗ ਏਜ ਦੇ ਵਿੱਚ ਬੜਾ ਚੰਗਾ ਲੱਗਦਾ। ਸੋ ਉਹ ਸਾਰਾ ਕੁਝ ਸੀਗਾ। ਉਹ ਛੱਡ ਕੇ ਜਦੋਂ ਮੈਂ ਇੱਥੇ ਆਇਆ, ਉਹ ਉਦੋਂ ਤੱਕ ਤਾਂ ਸ਼ਾਇਦ ਮੈਨੂੰ ਮਹਿਸੂਸ ਨਹੀਂ ਹੋਇਆ, ਪਰ ਜਦੋਂ ਮੈਂ ਛੱਡ ਕੇ ਇੱਥੇ ਆ ਗਿਆ, ਇੱਥੇ ਆ ਕੇ ਮੈਂ ਬੱਸ ਦੀ ਇੱਕ ਸਵਾਰੀ ਬਣ ਗਿਆ, ਇੱਕ ਆਮ ਆਰਡੀਨਰੀ ਬੰਦਾ ਬਣ ਗਿਆ, ਉਦੋਂ ਫਿਰ ਮੈਨੂੰ ਥੋੜਾ ਮਹਿਸੂਸ ਵੀ ਹੋਇਆ। ਪਰ ਇੱਥੇ ਆ ਕੇ ਜਿਹੜਾ ਅਗਲਾ ਸਫ਼ਰ ਸੀਗਾ ਉਹ ਉਸ ਤੋਂ ਵੀ ਔਖਾ ਲੱਗਿਆ, ਕਿਉਂਕਿ ਜਿਹੜਾ ਮੈਂ ਆਪਣੇ ਪਿੰਡ ਦੇ ਸਕੂਲ 'ਚ ਪੜ੍ਹਿਆ ਜੀ। ਮੇਰੇ ਪਿੰਡ ਦੇ ਵਿੱਚ ਸਕੂਲ ਹੈਗਾ, ਪ੍ਰਾਇਮਰੀ ਸਕੂਲ, ਫਿਰ 10ਵੀਂ ਸਕੂਲ ਬਣਿਆ। ਪਿੰਡਾਂ ਦੇ ਸਕੂਲ 'ਚ ਤੁਹਾਨੂੰ ਪਤਾ ਵੀ ਜਿਹੜੀ ਅੰਗਰੇਜ਼ੀ ਹੈ ਉਹ ਬਹੁਤ ਸੀਮਤ ਤੱਕ ਹੀ ਤੁਸੀਂ 10ਵੀਂ ਤੱਕ ਪੜ੍ਹਦੇ ਹੋ। ਉਸ ਤੋਂ ਬਾਅਦ ਜਦੋਂ ਮੈਂ ਕਾਲਜ ਗਿਆ, ਕਾਲਜ ਮੈਂ ਸਪੋਰਟਸ ਕਰਕੇ ਜਿਹੜਾ ਹੈਗਾ ਪੜ੍ਹਾਈ ਵੱਲ ਮੇਰਾ ਧਿਆਨ ਸੀਗਾ ਉਹ ਘੱਟ ਸੀਗਾ ਸਪੋਰਟਸ ਕਰਕੇ। ਇਸ ਕਰਕੇ ਕਾਲਜ ਦੇ ਵਿੱਚ ਵੀ ਮੈਂ ਆਪਣੀ ਕਲਾਸ ਜ਼ਰੂਰ ਪਾਸ ਕੀਤੀ ਹਰੇਕ, ਪਰ ਜਿਹੜਾ ਹੈਗਾ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਬਹੁਤ ਜ਼ੋਰ ਲਾ ਕੇ ਆਪਣੇ ਆਪ ਨੂੰ ਇੰਪਰੂਵ ਕੀਤਾ ਐਜੂਕੇਸ਼ਨ ਦੇ ਵਿੱਚ। ਸੋ ਇਸ ਕਰਕੇ ਤੁਹਾਡੀ ਜਿਹੜੀ ਲੈਂਗੁਏਜ ਸੀਗੀ ਉਹ ਸੀਮਤ ਸੀਗੀ, ਤੇ ਲੈਂਗੁਏਜ ਤੋਂ ਬਗੈਰ ਇੱਥੇ ਕੰਮ ਨਹੀਂ ਚੱਲਦਾ ਜੇ ਤੁਹਾਨੂੰ ਇੰਗਲਿਸ਼ ਲੈਂਗੁਏਜ ਨਹੀਂ ਆਉਂਦੀ। ਔਰ ਮਾਸਟਰ ਲੈਵਲ ਦੇ ਉੱਤੇ ਤੁਹਾਨੂੰ ਉਹ ਬਹੁਤ ਤੁਹਾਡੀ ਹਾਈ ਕੁਆਲਿਟੀ ਲੈਂਗੁਏਜ ਮੰਗਦੇ ਆ। ਸੋ ਉਹ ਮੈਨੂੰ ਬੜੇ ਚੈਲੰਜ ਆਏ। ਮੈਨੂੰ ਕੰਪਿਊਟਰ ਨਹੀਂ ਸੀ ਆਉਂਦਾ ਬਿਲਕੁਲ ਵੀ, ਔਰ ਕੋਈ ਵੀ ਜਿਹੜੀ ਅਸਾਈਨਮੈਂਟ ਆ ਪ੍ਰੋਫੈਸਰ ਨੇ ਪਹਿਲੇ ਦਿਨ ਕਹਿਤੀ ਸੀਗੀ ਵੀ ਕੋਈ ਵੀ ਅਸਾਈਨਮੈਂਟ ਆ ਤੁਸੀਂ ਲਿਖ ਕੇ ਨਹੀਂ ਦੇ ਸਕਦੇ, ਇਟ ਹੈਜ਼ ਟੂ ਬੀ ਕੰਪਿਊਟਰਾਈਜ਼ਡ। ਤੇ ਮੈਨੂੰ ਕੰਪਿਊਟਰ ਦਾ ਪਤਾ ਨਹੀਂ ਹੁੰਦਾ ਕੰਪਿਊਟਰ ਖੋਲੀ ਦਾ ਕਿੱਥੋਂ ਹੈ। ਸੋ ਫਿਰ ਮੈਂ ਕੰਪਿਊਟਰ ਲੈ ਕੇ ਆਂਦਾ, ਉਹਨੂੰ ਸਿੱਖਿਆ ਬਹੁਤ ਜਲਦੀ, ਉਹਦੇ ਟਾਈਪ ਕਰਨਾ ਸਿੱਖਿਆ ਬਹੁਤ ਜਲਦੀ। ਤੇ ਫਿਰ ਮੈਂ ਉਹਦੇ ਨਾਲ ਜਿਹੜੀਆਂ ਬਹੁਤ ਪਹਿਲੀਆਂ ਜਿਹੜੀਆਂ ਅਸਾਈਨਮੈਂਟ ਮੇਰੀਆਂ ਸੀਗੀਆਂ ਸ਼ੁਰੂ ਦੇ ਵਿੱਚ, ਉਹ ਮੈਂ ਦੋਸਤਾਂ ਤੋਂ ਲਿਖਾਈਆਂ। ਪਹਿਲਾਂ ਮੈਂ ਹੱਥ ਨਾਲ ਲਿਖੀਆਂ ਉਹ, ਫਿਰ ਮੈਂ ਟਾਈਪ ਕਰਵਾਈਆਂ, ਔਰ ਉਸ ਤੋਂ ਬਾਅਦ ਫਿਰ ਮੈਂ ਕੰਪਿਊਟਰ ਸਿੱਖ ਗਿਆ ਸੀ, ਕਰਨ ਲੱਗ ਗਿਆ ਸੀਗਾ। ਪਰ ਉਹਦੇ 'ਚ ਜਿਹੜੀ ਖੂਬਸੂਰਤੀ ਅਖੀਰ ਨੂੰ ਇਹ ਹੋਈ ਹੈ ਕਿ ਪਹਿਲੇ 2 ਸਾਲ ਜਿਹੜੀ ਹੈਗੀ ਆ ਮੇਰੀ ਜਿਹੜੀ ਸਟਰਗਲ ਬਹੁਤ ਵੱਡੀ ਸੀ। ਜੇ ਮੈਂ 10 ਘੰਟੇ ਲਾਉਂਦਾ ਸੀ ਕੁਰਸੀ ਤੇ ਬੈਠ ਕੇ, ਤਾਂ ਲੋਕਲ ਵਿਦਿਆਰਥੀ ਨੂੰ ਮੇਰੇ ਖਿਆਲ ਦੇ ਵਿੱਚ 2 ਘੰਟਿਆਂ ਦੇ ਵਿੱਚ ਉਹ ਕੰਮ ਕਰ ਲੈਂਦਾ ਸੀਗਾ, ਕਿਉਂਕਿ ਹਰ ਇੱਕ ਪੇਜ ਦੇ ਉੱਤੇ ਤੁਹਾਨੂੰ 20 ਐਸੇ ਵਰਡ ਹੁੰਦੇ ਜਿਹਨਾਂ ਦਾ ਮੀਨਿੰਗ ਨਹੀਂ ਸੀ ਪਤਾ ਹੁੰਦੇ, ਤੁਹਾਨੂੰ ਡਿਕਸ਼ਨਰੀ ਦੇਖਣੀ ਪੈਂਦੀ ਸੀ। ਸੋ ਪਰ ਉਹ ਉਹਦੇ 'ਚ ਨਿਕਲ ਗਏ। ਪਰ ਲਾਸਟ ਈਅਰ ਦੇ ਵਿੱਚ ਜਾ ਕੇ ਜਦੋਂ ਮੈਂ ਕੀਤਾ, ਉਦੋਂ ਮੈਂ ਜਿਹੜਾ 2 ਕੋਰਸ ਮੈਂ 2 ਸਾਲ ਪਹਿਲਾਂ 'ਚ ਕੀਤੇ। ਲਾਸਟ ਈਅਰ ਦੇ ਵਿੱਚ ਮੈਂ 4 ਕੋਰਸ ਜਿਹੜੇ ਪੂਰੇ ਕੀਤੇ, ਜਿਹੜੇ ਅੱਧੀ ਡਿਗਰੀ ਮੈਂ ਲਾਸਟ ਈਅਰ 'ਚ ਕੀਤੀ, ਔਰ ਉਹ ਸਾਰੇ ਕੋਰਸਾਂ ਦੇ ਵਿੱਚੋਂ ਮੇਰਾ A ਗ੍ਰੇਡ ਸੀਗਾ।
ਸੋ ਉੱਥੋਂ ਤੱਕ ਜਿਹੜਾ ਇੰਪਰੂਵ ਹੋ ਚੁੱਕਿਆ ਸੀਗਾ। ਸੋ ਉਸ ਤਰੀਕੇ ਨਾਲ ਉਹ ਜਰਨੀ ਬੜੀ ਅੱਛੀ ਸੀਗੀ। ਉਹ ਸਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਕਿ ਫੈਡਰਲ ਗਵਰਨਮੈਂਟ ਕਿਵੇਂ ਆਪਰੇਟ ਕਰਦੀ ਹੈ, ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਕਿਵੇਂ ਆਪਰੇਟ ਕਰਦੀ ਹੈ, ਸਿਟੀ ਗਵਰਨਮੈਂਟ ਕਿਵੇਂ ਆਪਰੇਟ ਕਰਦੀ ਹੈ, ਮਿਨਿਸਟਰ ਦੀਆਂ ਰੋਲ ਰਿਸਪੌਂਸਿਬਿਲਿਟੀ ਕੀ ਹੁੰਦੀਆਂ, ਡਿਪਟੀ ਮਿਨਿਸਟਰ ਦੇ ਰੋਲ ਰਿਸਪੌਂਸਿਬਿਲਿਟੀ ਕੀ ਹੁੰਦੀਆਂ, ਇੰਟਰ ਗਵਰਨਮੈਂਟ ਰਿਲੇਸ਼ਨਸ਼ਿਪ ਕੀ ਨੇਗੇ, ਵਗੈਰਾ ਵਗੈਰਾ ਵਗੈਰਾ। ਉਹ ਬਹੁਤ ਸਾਰੀ ਜਿਹੜੀ ਜਾਣਕਾਰੀ ਸੀ ਉਹ ਮੈਨੂੰ ਮਿਲੀ। ਉਹਦੇ ਨਾਲ ਮੈਨੂੰ ਸੈਲਫ ਕਾਨਫੀਡੈਂਸ ਵੀ ਹੋਇਆ। ਮੈਂ ਸਮਝਦਾ ਵੀ ਉਹ ਇਸ ਗੱਲ ਦਾ ਥੜਾ ਹੈ ਵੀ ਮੈਂ ਪੋਲੀਟਿਕਸ ਦੇ ਵਿੱਚ ਜਿਹੜਾ ਹੈਗਾ ਮੇਰੀ ਐਂਟਰੀ ਉਹਦੇ ਕਰਕੇ ਹੋਈ। ਕਿਉਂਕਿ ਜਦੋਂ ਕਈ ਵਾਰ ਅਸੀਂ ਇੰਡੀਆ ਤੋਂ ਆਉਂਦੇ ਹੈਗੇ ਆ ਤਾਂ ਅਸੀਂ ਕਹਿ ਦਿੰਦੇ ਆ ਕਿ ਚਲੋ ਕੀ ਪੜ੍ਹਨਾ ਜਾਂ ਕੀ ਅਪਗ੍ਰੇਡ ਕਰਨਾ, ਜਾਂ ਕਈ ਵਾਰੀ ਸਾਨੂੰ ਹੁੰਦਾ ਸਿਸਟਮ ਚਲੋ ਅਸੀਂ ਕੰਮ ਸ਼ੁਰੂ ਕਰ ਦਿੰਦੇ ਆ ਜਾਂ ਪੜ੍ਹਾਈ ਰਹਿਣ ਦਿੰਦੇ ਹੈਗੇ ਆ। ਜਦੋਂ ਅਸੀਂ ਕੁਝ ਹਾਰਡ ਵਰਕ ਕਰਕੇ ਕੁਝ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਉਹਦਾ ਫਰੂਟਫੁਲ ਹੁੰਦਾ ਹੈ, ਤੁਹਾਨੂੰ ਉਹਦਾ ਫਲ ਜ਼ਰੂਰ ਮਿਲ ਜਾਂਦਾ ਹੈ। ਪਰ ਜੇ ਤੁਸੀਂ ਉਹ ਟਾਈਮ 2 ਸਾਲ ਉਹ ਉਨੇ ਔਖੇ ਨਾ ਕੱਢੇ ਹੁੰਦੇ, ਸੋ ਐਜ਼ ਅ MLA ਸਾਡੇ ਸਾਹਮਣੇ ਵੀ ਨਾ ਹੁੰਦੇ ਮੇਰੇ ਖਿਆਲ ਦੇ ਨਾਲ। ਹਾਂ, ਸਫ਼ਰ ਬਦਲ ਸਕਦਾ ਜੀ, ਬਿਲਕੁਲ। ਜਿਹੜੀ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਹੈ, ਅਸੀਂ ਧਰਤੀ ਦੇ ਉੱਤੇ ਕੋਈ ਵੀ ਕਮਿਊਨਿਟੀ ਦੇਖ ਲਓ ਜਿਹਨੇ ਸਹੀ ਮਾਇਨਿਆਂ ਦੇ ਵਿੱਚ ਪ੍ਰੋਗਰੈਸ ਕੀਤੀ ਹੈ ਔਰ ਲੰਮਾ ਸਮਾਂ ਪ੍ਰੋਗਰੈਸ ਕੀਤੀ ਹੈ, ਉਹ ਉਹੀ ਕਮਿਊਨਿਟੀ ਹੈ ਜਿਨ੍ਹਾਂ ਦੀ ਐਜੂਕੇਸ਼ਨ ਬਿਹਤਰੀਨ ਹੈ, ਸਕੂਲ ਤੋਂ ਲੈ ਕੇ ਕਾਲਜ ਤੇ ਉਸ ਤੋਂ ਬਾਅਦ ਦੇ ਹਾਈ ਲੈਵਲ ਪ੍ਰੋਫੈਸ਼ਨਲ ਜਿਹੜੇ ਹੈਗੇ ਨੇ ਆਪਣੀ ਆਪਣੀ ਏਰੀਆ ਦੇ ਮਾਹਰ ਨੇਗੇ। ਕਿਉਂਕਿ ਸਮਾਜ ਨੂੰ ਉਹੀ ਜਿਹੜਾ ਡਾਇਰੈਕਟ ਕਰਦੇ ਆ, ਸਮਾਜ ਨੂੰ ਉਹੀ ਦਿਸ਼ਾ ਦਿੰਦੇ ਆ ਕਿ ਕਿਹੜੇ ਪਾਸੇ ਜਾਣਾ। ਠੀਕ ਹੈ, ਜਿਹੜੀ ਆਰਥਿਕ ਤਰੱਕੀ ਹੈ ਉਹ ਇੱਕ ਤਰੱਕੀ ਹੈ, ਉਹ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ। ਸ਼ਾਇਦ ਉਹ 'ਚ ਬਹੁਤੀ ਐਜੂਕੇਸ਼ਨ ਦੀ ਲੋੜ ਨਹੀਂ, ਕਿਉਂਕਿ ਇਹਨਾਂ ਮੁਲਕਾਂ 'ਚ ਖੂਬਸੂਰਤੀ ਇਸ ਗੱਲ ਦੀ ਹੈਗੀ ਆ ਕਿ ਇੱਥੇ ਵਾਈਟ ਕਾਲਰ ਦੀ ਜਿਹੜੀ ਤਨਖਾਹ ਹੈ ਤੇ ਬਲੂ ਕਾਲਰ ਦੀ ਤਨਖਾਹ ਹੈ ਉਹ ਸੇਮ ਆ। ਬਲਕਿ ਕਈ ਥਾਵਾਂ ਦੇ ਉੱਤੇ ਜਿਹੜਾ ਬਲੂ ਕਾਲਰ ਜਿਹੜੀ ਜੌਬ ਹੈਗੀ ਹੈ ਉਹਦੀ ਜਿਹੜੀ ਆਮਦਨ ਹੈ ਵਾਈਟ ਕਾਲਰ ਨਾਲੋਂ ਬਹੁਤ ਜ਼ਿਆਦਾ ਹੈਗੀ ਹੈ। ਸੋ ਪੈਸੇ ਉੱਥੇ ਕਮਾਏ ਜਾ ਸਕਦੇ ਆ। ਪਰ ਜੇ ਤੁਹਾਡੇ ਕੋਲ ਐਜੂਕੇਸ਼ਨ ਹੋਵੇ ਤਾਂ ਤੁਸੀਂ ਸ਼ਾਇਦ ਉਦੋਂ ਵੀ ਬਿਹਤਰ ਕੰਮ ਕਰ ਸਕਦੇ ਹੋ। ਜੀ ਬਿਲਕੁਲ। ਸੋ 1994 ਦੇ ਵਿੱਚ ਸਰੀ ਮੂਵ ਹੋਣ ਦਾ ਆਈਡੀਆ ਕਿਉਂ ਆਇਆ? ਕਿਉਂਕਿ ਮੈਨੀਟੋਬਾ ਦੇ ਵਿੱਚ ਗਏ ਸੀਗੇ, ਸੋ ਉੱਥੇ ਠੰਡ ਬਹੁਤ ਸੀ। ਮੈਨੀਟੋਬਾ ਦੇ ਵਿੱਚ ਯੂ ਰਾਈਟ, ਮੈਨੀਟੋਬਾ ਦੇ ਵਿੱਚ ਤੁਹਾਨੂੰ ਪਤਾ -55 ਟੈਂਪਰੇਚਰ ਹੋ ਜਾਂਦਾ। ਤੇ ਆਪਾਂ ਜਿੱਥੋਂ ਆਏ ਆ, ਆਪਾਂ ਆਊਟਡੋਰ ਜ਼ਿੰਦਗੀ ਦੇ ਵਿੱਚੋਂ ਆਏ ਆ। ਤੇ ਮੈਂ ਤਾਂ ਫਿਰ ਖਿਡਾਰੀ ਸੀਗਾ, ਸਾਡੀਆਂ ਬਹੁਤੀਆਂ ਉਸ ਵੇਲੇ ਗਰਾਊਂਡ ਪੰਜਾਬ ਦੇ ਵਿੱਚ ਆਊਟਡੋਰ ਹੀ ਸੀਗੀਆਂ, ਹਾਲੇ ਵੀ ਆਊਟਡੋਰ ਹੀ ਨੇ ਉੱਥੇ। ਤੇ ਤੁਹਾਡੀ ਬਹੁਤੀ ਜਿਹੜਾ ਸਾਰਾ ਤੁਹਾਡਾ ਐਕਟੀਵਿਟੀ ਬਾਜ਼ਾਰ ਦੇ ਵਿੱਚ ਜਾਣਾ, ਕਿਤੇ ਵੀ ਜਾਣਾ, ਆਪਣੀ ਆਊਟਡੋਰ ਲਾਈਫ ਹੈਗੀ ਹੈ। ਸੋ ਮੈਨੀਟੋਬਾ ਦੇ ਵਿੱਚ ਜਿਹੜਾ 5 ਕੇ 6 ਮਹੀਨੇ ਜਦੋਂ ਆਪਣਾ ਬਰਫ਼ ਪੈ ਜਾਂਦੀ ਹੈ ਤਾਂ -55 ਟੈਂਪਰੇਚਰ, ਤੁਸੀਂ ਘਰੋਂ ਨਿਕਲਣਾ, ਤੁਹਾਨੂੰ 2-3 ਗੁਣੇ ਜ਼ਿਆਦਾ ਕੱਪੜੇ ਪਾਉਣੇ ਪੈਣਗੇ ਇਸ ਨਾਲੋਂ ਜ਼ਿਆਦਾ। ਤੇ ਤੁਸੀਂ ਕਾਰ 'ਚ ਉਹ ਪਹਿਲਾਂ ਹੀਟ ਕੀਤੀ ਹੋਣੀ ਚਾਹੀਦੀ, ਫਿਰ ਤੁਸੀਂ ਜਾਣਾ, ਫਿਰ ਤੁਸੀਂ ਮਾਲ 'ਚ ਵੜ ਜਾਣਾ, ਬਾਹਰ ਤੁਸੀਂ ਨਿਕਲ ਨਹੀਂ ਸਕਦੇ। ਸੋ ਇਸ ਕਰਕੇ ਉਹ ਮੈਨੂੰ ਬਹੁਤ ਔਖਾ ਸਫ਼ਰ ਲੱਗਿਆ। ਉਹ 3 ਸਾਲ ਦੇ ਵਿੱਚ ਸਭ ਤੋਂ ਔਖਾ ਮੈਨੂੰ ਲੱਗਿਆ ਜਦੋਂ ਸਰਦੀ ਆਉਂਦੀ ਸੀ, ਉਦੋਂ ਡਰ ਲੱਗਣ ਲੱਗ ਜਾਂਦਾ ਸੀਗਾ। ਅਦਰਵਾਈਜ਼ ਮੈਨੀਟੋਬਾ ਬਹੁਤ ਅੱਛੀ ਕਮਿਊਨਿਟੀ ਹੈ, ਬਹੁਤ ਫਰੈਂਡਲੀ ਕਮਿਊਨਿਟੀ ਹੈ, ਬਹੁਤ ਸਪੋਰਟਿਵ ਕਮਿਊਨਿਟੀ ਹੈ। ਐਜੂਕੇਸ਼ਨ ਵਾਸਤੇ ਉੱਥੋਂ ਦੇ ਜਿਹੜੇ ਇੰਸਟੀਟਿਊਸ਼ਨ ਹੈ ਬਹੁਤ ਬਿਹਤਰੀਨ ਹੈ, ਕਿਉਂਕਿ ਉੱਥੇ ਬਹੁਤ ਸਾਰੇ ਸਪੋਰਟ ਪ੍ਰੋਗਰਾਮ ਹੈਗੇ ਆ, ਉਹ ਹੈਗੇ ਆ। ਸੋ ਇਸ ਕਰਕੇ ਵੈਦਰ ਇੱਕ ਮੇਜਰ ਕਾਰਨ ਸੀਗਾ, ਜਿਨ੍ਹਾਂ ਕਾਰਨ ਕਰਕੇ ਮੈਂ ਉੱਥੋਂ ਐਕਚੁਅਲੀ ਇਹਦੇ 'ਚ ਇੱਕ ਇੰਟਰਸਟਿੰਗ ਸਟੋਰੀ ਮੈਂ ਤੁਹਾਨੂੰ ਦੱਸਦਾ ਕਿ ਉੱਥੋਂ ਮੈਂ ਛੱਡ ਕੇ ਵਾਪਸ ਚਲਾ ਗਿਆ ਸੀ। ਆਪਣੀ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਵਾਪਸ ਚਲਾ ਗਿਆ ਸੀ, ਇੰਡੀਆ ਚਲੇ ਗਏ ਤੁਸੀਂ, ਪੰਜਾਬ। ਇਹ ਸੁਪਨਾ ਲੈ ਕੇ ਵੀ ਮੈਂ ਵਾਪਸ ਜਾ ਕੇ ਆਪਣੀ ਉਹ ਜੌਬ ਜੁਆਇਨ ਕਰਨੀ ਹੈ, ਕਿਉਂਕਿ ਮੈਨੂੰ ਸੀਗਾ ਵੀ ਹੁਣ ਮੇਰੇ ਕੋਲ ਲੇਟੈਸਟ ਐਜੂਕੇਸ਼ਨ ਹੈਗੀ ਹੈ, ਉਹ ਵੀ ਐਡਮਿਨਿਸਟ੍ਰੇਟਿਵ ਫੀਲਡ ਦੀ, ਤੇ ਮੇਰੀ ਜੌਬ ਵੀ ਇਸ ਤਰ੍ਹਾਂ ਦੀ ਸੀਗੀ। ਮੈਂ ਇੱਕ ਸੁਪਨਾ ਲੈ ਕੇ ਗਿਆ ਸੀ, ਚਲੋ ਮੇਰੀ ਮਾਤ ਭੂਮੀ ਹੈ ਪੰਜਾਬ, ਤੇ ਮੈਂ ਉੱਥੇ ਜਾ ਕੇ ਹੁਣ ਬੈਟਰ ਕੰਟਰੀਬਿਊਟ ਕਰ ਸਕਦਾ, ਕਿਉਂਕਿ ਮੇਰੇ ਕੋਲ ਹੁਣ ਬਾਹਰਲੇ ਮੁਲਕ ਦੀ ਨੌਲੇਜ ਹੈਗੀ ਆ। ਪਰ ਹੋਇਆ ਇਹ ਕਿ ਜਿਹੜੀ ਜੌਬ ਮੇਰੀ ਸੀਗੀ, ਚਾਹੇ ਮੈਂ ਉੱਥੋਂ ਛੁੱਟੀ ਲੈ ਕੇ ਆਇਆ ਸੀਗਾ, ਉਸ ਜੌਬ ਦੇ ਵਿੱਚ ਉਹਨਾਂ ਨੇ ਮੈਨੂੰ ਬਹੁਤ ਲਟਕਾਇਆ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ 6 ਮਹੀਨੇ ਲਗਾਤਾਰ ਉਹਨਾਂ ਨੇ ਜੀ ਤੁਹਾਡੀ ਆਹ ਇਨਕੁਆਇਰੀ ਕਰਨੀ ਹੈ, ਇਹ ਇਨਕੁਆਇਰੀ ਕਰਨੀ ਹੈ, ਰਿਪੋਰਟ ਚੱਲ ਗਈ, ਉੱਪਰ ਚੱਲ ਗਈ, ਰਿਪੋਰਟ ਥੱਲੇ ਚੱਲ ਗਈ, ਵਗੈਰਾ ਵਗੈਰਾ ਵਗੈਰਾ, ਔਰ 6 ਮਹੀਨੇ ਨਿਕਲ ਗਏ ਉਹਦੇ ਵਿੱਚੋਂ। ਅਲਟੀਮੇਟਲੀ ਜਿਹੜਾ ਹੈਗਾ ਥੋੜੀ ਤੁਹਾਨੂੰ ਫਰਸਟ੍ਰੇਸ਼ਨ ਵੀ ਹੋ ਜਾਂਦੀ ਹੈ ਵੀ ਕੀ ਹੋ ਕੀ ਰਿਹਾ ਹੈ ਨਾ। ਸੁਪਨਾ ਮੈਂ ਲੈ ਕੇ ਗਿਆ ਸੀਗਾ ਕਿ ਮੈਂ ਉਹ ਜੌਬ ਜੁਆਇਨ ਕਰਕੇ ਉਸ ਤੋਂ ਬਾਅਦ ਮੈਂ PCS ਕਰ ਜਾਣੀ, ਕਿਉਂਕਿ ਮੇਰੇ ਕੋਲ ਹਾਲੇ ਟਾਈਮ ਸੀਗਾ। ਤੇ ਇਹ ਮੇਰਾ ਸੁਪਨਾ ਸੀ ਵੀ PCS ਕਰਕੇ ਤੁਸੀਂ SDM DTO ਵਗੈਰਾ ਲੱਗ ਸਕਦੇ ਹੋ ਨਾ, ਤੇ ਤੁਸੀਂ ਉਸ ਹਿਸਾਬ ਨਾਲ ਤਬਦੀਲੀਆਂ ਕਰ ਸਕਦੇ ਹੋ। ਪਰ ਐਨੀਵੇ 6 ਮਹੀਨੇ ਤੋਂ ਬਾਅਦ ਜਦੋਂ ਹੋਈ ਇਹ, ਉਸ ਤੋਂ ਬਾਅਦ ਮੇਰਾ ਇੱਕ ਦੋਸਤ ਸੀਗਾ ਉੱਥੇ, ਉਹਨੂੰ ਮੈਂ ਕਿਹਾ ਵੀ ਮੇਰੀ ਤਾਂ ਮੈਂ ਤਾਂ ਆਇਆ ਸੀ ਮੈਨੂੰ ਆਉਂਦੇ ਅੰਦਰ ਬਾੜ ਲੈਣਗੇ, ਕਿਉਂਕਿ ਤੁਸੀਂ ਪਹਿਲਾਂ ਐਕਸ EMPLOYE ਸੀ, ਪਰ ਹੋ ਨਹੀਂ ਰਿਹਾ। ਤੇ ਐਨੀਵੇ ਉਹਨੇ ਮੈਨੂੰ ਪੁੱਛਿਆ ਵੀ ਤੁਹਾਡਾ ਸੈਕਟਰੀ ਕੌਣ ਹੈ? ਸੈਕਟਰੀ ਸਾਡੇ ਉਦੋਂ ਬਿਦਰਾ ਸਾਹਿਬ ਹੁੰਦੇ ਸੀ। ਬਿਦਰਾ ਸਾਹਿਬ ਬੜੇ ਪਾਪੂਲਰ IAS ਆਫਿਸਰ ਰਹੇ ਨੇ, ਹਲੇ ਵੀ ਹੈਗੇ, ਪਰ ਜੌਬ 'ਚ ਨਹੀਂ ਗਏ। ਉਹ ਉਹਨਾਂ ਦੇ ਦੋਸਤ ਸੀਗੇ ਜੀ। ਐਨੀਵੇ ਲੌਂਗ ਸਟੋਰੀ ਸ਼ਾਰਟ ਇਹ ਵੀ, ਉਹ ਉਹਨਾਂ ਕੋਲੇ ਉੱਥੇ ਅਸੀਂ ਉਹਨਾਂ ਦੇ ਦਫ਼ਤਰ ਚੱਲ ਗਏ। ਉਹ ਅੰਦਰ ਬੜੇ, ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ। ਗੱਲਬਾਤ ਕਰਕੇ ਉਹਨਾਂ ਨੂੰ ਦੱਸਿਆ ਹੋਣਾ ਵੀ ਭਾਈ ਇੱਕ ਬਾਹਰ ਮੇਰੇ ਨਾਲ ਮੁੰਡਾ ਆਇਆ ਜਗਰੂਪ ਬਰਾੜ, ਤੇ ਉਹਦੀ ਜੁਆਇਨਿੰਗ ਦਾ ਇਸ਼ੂ ਹੈਗਾ। ਤੇ ਉਹਨੇ ਮੈਨੂੰ ਕਿਹਾ, ਉਹਨੇ ਲਿਆ, ਤੇ ਮੈਂ ਅੰਦਰ ਚਲਿਆ ਗਿਆ ਉਹਦੇ ਕੋਲੇ।
ਜਦੋਂ ਮੈਂ ਅੰਦਰ ਗਿਆ ਉਹਦੇ ਕੋਲੇ ਅਰਸ਼ ਜੀ ਤਾਂ ਉਹ ਅੰਦਰ ਗਰਮੀ ਸੀਗੀ, ਬਾਹਰ ਬਹੁਤ 47 ਡਿਗਰੀ ਟੈਂਪਰੇਚਰ ਸੀਗਾ, ਪਰ ਉਹ 17 ਸੈਕਟਰ ਦੇ ਵਿੱਚ ਦਫ਼ਤਰ ਸੀ ਉਹਨਾਂ ਦਾ। ਉਹਦੇ ਵਿੱਚ ਉਹ ਏਸੀ ਲੱਗਿਆ ਹੋਇਆ ਸੀਗਾ, ਵਿਚਾਲੇ ਬਹੁਤ ਵੱਡਾ ਡੈਸਕ ਲੱਗਿਆ ਸੀਗਾ ਤੇ ਬਿੰਦਰਾ ਸਾਹਿਬ ਆਪਣਾ ਜਿਹੜਾ ਫਾਈਲਾਂ ਦਾ ਕੰਮ ਕਰ ਰਹੇ ਸੀ। ਅਸੀਂ ਅੰਦਰ ਚਲੇ ਗਏ। ਮੈਂ ਹੁਣ 3 ਸਾਲ ਕੈਨੇਡਾ ਲਾ ਕੇ ਗਿਆ ਸੀਗਾ। ਇੱਕ ਮੈਂ ਸਪੋਰਟਸਮੈਨ ਸੀਗਾ ਤੇ ਮੈਂ ਜੀ ਆਪਣਾ ਉੱਥੇ ਅੰਦਰ ਜਾ ਕੇ ਉਹਨਾਂ ਦਾ ਹੱਥ ਜਿਹੜਾ ਐਕਸਟੈਂਡ ਕਰਤਾ, ਸ਼ੇਕ ਨਹੀਂ ਕੀਤਾ, ਐਕਸਟੈਂਡ ਕਰਤਾ। ਉਹਨਾਂ ਨੇ ਮਿਲਾਇਆ ਨਹੀਂ ਮੇਰੇ ਨੂੰ, ਉਹਨਾਂ ਨੇ ਮੇਰੇ ਨਾਲ ਹੱਥ ਨਹੀਂ ਮਿਲਾਇਆ। ਉਹ ਮੈਂ ਹੱਥ ਐ ਕੱਢੀ ਰੱਖਿਆ, ਅਖੀਰ ਨੂੰ ਉਹਨਾਂ ਨੇ ਮੇਰੇ ਹੱਥ ਨਾਲ ਐ ਕਰਕੇ ਹੱਥ ਮਾਰਤਾ। ਉਦੋਂ ਬਾਅਦ ਉਹ ਚੁੱਪ ਕਰ ਗਏ। ਇਹ ਮੈਂ ਸਟੋਰੀ ਤੁਹਾਡੇ ਪਹਿਲੀ ਵਾਰ ਸੁਣਾ ਰਿਹਾ। ਦੈਟਸ ਟਰੂ, ਮੈਂ ਪਹਿਲੀ ਵਾਰ ਸੁਣ ਰਹੀ ਹਾਂ ਸਟੋਰੀ। ਯੈਸ, ਉਹ ਚੁੱਪ ਕਰ ਗਏ ਉਸ ਤੋਂ ਬਾਅਦ। ਜੀ ਤੇ ਚੁੱਪ ਕਰਕੇ ਤਾਂ ਜਿਹੜਾ ਹੈਗਾ ਉੱਥੇ ਸਾਇਲੈਂਸ ਪੈਦਾ ਹੋ ਗਈ। ਸਾਇਲੈਂਸ ਹੋ ਗਈ ਤਾਂ ਚਲੋ ਮੈਂ ਵੀ ਉੱਥੇ ਸਾਇਲੈਂਟ ਹੋ ਗਿਆ, ਮੇਰਾ ਦੋਸਤ ਵੀ ਉੱਥੇ ਸਾਇਲੈਂਟ ਹੋ ਗਿਆ। ਐਨੀਵੇ ਆਫਟਰ ਅਬਾਊਟ 30-40 ਸੈਕਿੰਡਸ ਮੇਰੇ ਦੋਸਤ ਨੇ ਗੱਲ ਇਹ ਕਹੀ ਉਹਨੂੰ ਕਿ ਜੀ ਇਹੀ ਜਗਰੂਪ ਸਿੰਘ ਆ। ਤੇ ਬਿੰਦਰਾ ਸਾਹਿਬ ਕਹਿੰਦੇ ਜੀ ਗੱਲ ਇਹ ਹੈ ਵੀ ਆਪਣੀ ਅਰਜੀ ਇੱਥੇ ਰੱਖ ਜੋ, ਤੁਸੀਂ ਜਾਓ। ਤੇ ਮੇਰੇ ਕੋਲ ਅਰਜੀ ਸੀਗੀ, ਮੈਂ ਆਪਣੀ ਜੇਬ ਚੋਂ ਅਰਜੀ ਕੱਢੀ ਤੇ ਮੈਂ ਆਪਣਾ ਉੱਥੇ ਰੱਖ ਲਈ ਜੀ। ਉੱਥੇ ਰੱਖ ਕੇ ਮੈਂ ਅਰਜੀ ਤੇ ਬਾਹਰ ਆ ਗਿਆ। ਮੇਰਾ ਦੋਸਤ ਬੜਾ ਕਰੀਬੀ ਦੋਸਤ ਸੀਗਾ ਮੇਰਾ, ਬੜਾ ਸੀਨੀਅਰ ਉਹ ਆਪਣਾ ਰਿਪੋਰਟਰ ਸੀ ਜੀ, ਬੜੇ ਲੀਡਿੰਗ ਅਖਬਾਰ ਦੇ ਵਿੱਚ, ਇੰਗਲਿਸ਼ ਅਖਬਾਰ ਦੇ ਵਿੱਚ ਸੀਗਾ। ਚੰਚਲ ਮਨੋਹਰ ਸਿੰਘ ਉਹਨਾਂ ਦਾ ਨਾਂ ਸੀ ਜੀ। ਮੈਂ ਬਾਹਰ ਆ ਕੇ ਉਹਨਾਂ ਨੂੰ ਕਿਹਾ ਵੀ ਚੰਚਲ ਜੀ ਤੁਸੀਂ ਮੇਰੇ ਤੇ ਬਹੁਤ ਵੱਡੀ ਜਿਹੜੀ ਹੈਗੀ ਹੈ ਅਹਿਸਾਨ ਕੀਤਾ। ਉਹ ਮੈਨੂੰ ਵੀ ਦੇਖ ਕੇ ਮੈਨੂੰ ਕਹਿੰਦਾ ਤੂੰ ਮੈਨੂੰ ਸ਼ਰਮਿੰਦਾ ਕਰ ਰਿਹਾ। ਮੈਂ ਕਿਹਾ ਵੀ ਨਹੀਂ, ਮੈਂ ਤੈਨੂੰ ਦਿਲੋਂ ਇਹ ਗੱਲ ਕਹਿ ਰਿਹਾ, ਮੈਂ ਤੈਨੂੰ ਸ਼ਰਮਿੰਦਾ ਨਹੀਂ ਕਰ ਰਿਹਾ, ਮੈਂ ਤੈਨੂੰ ਦਿਲੋਂ ਇਹ ਗੱਲ ਕਹਿ ਰਿਹਾ। ਉਹ ਕਹਿੰਦਾ ਵੀ ਆਸਾਨ ਕਿਵੇਂ ਕੀਤਾ, ਮੈਂ ਤਾਂ ਤੇਰੀ ਅੰਦਰੋਂ ਬੇਇੱਜ਼ਤੀ ਕਰਵਾ ਕੇ ਲਿਆ, ਕਿਉਂਕਿ ਹੱਥ ਵੀ ਨਹੀਂ ਮਿਲਾਇਆ, ਪੁੱਛਿਆ ਵੀ ਨਹੀਂ। ਮੈਂ ਕਿਹਾ ਵੀ ਨਹੀਂ ਜੀ, ਤੁਸੀਂ ਆਸਾਨ ਮੇਰੇ ਤੇ ਇਹ ਕੀਤਾ ਕਿਉਂਕਿ ਮੈਂ 6 ਮਹੀਨਿਆਂ ਦੇ ਵਿੱਚ ਆ ਕੇ ਜਿਹੜਾ ਜਿੰਨਾ ਦਾ ਸਮਾਂ ਲੱਗਿਆ, ਜਿੰਨੇ ਵਾਰੀ ਮੈਂ ਗੇੜੇ ਮਾਰੇ ਦਫ਼ਤਰ ਦੇ, ਮੈਂ ਇਸ ਵੇਲੇ ਆਇਆ, ਮੈਂ ਬੜੇ ਇੰਟਰਸਟ ਦੇ ਨਾਲ ਸੀਗਾ ਬਹੁਤ, ਪਰ ਮੈਂ ਹੁਣ ਇਸ ਵੇਲੇ ਡਬਲ ਮਾਈਂਡਡ ਹੋ ਚੁੱਕਿਆ ਸੀ ਵੀ ਕੀ ਮੈਨੂੰ ਇਹ ਕੰਟੀਨਿਊ ਕਰਨਾ ਚਾਹੀਦਾ ਜਾਂ ਮੇਰੇ ਕੋਲ ਕੈਨੇਡਾ ਦਾ ਦਰਵਾਜ਼ਾ ਖੁੱਲ੍ਹਾ, ਮੈਂ ਵਾਪਸ ਜਾ ਸਕਦਾ। ਮੈਂ ਵੀ ਅੱਜ ਆਪਣਾ ਬਿੰਦਰਾ ਸਾਹਿਬ ਨੇ ਸਭ ਤੋਂ ਵੱਡਾ ਫਾਇਦਾ ਇਹ ਕੀਤਾ ਵੀ ਮੇਰਾ ਉਹਨਾਂ ਨੇ ਫੈਸਲਾ ਕਰਤਾ ਉਸ ਕਮਰੇ ਦੇ ਵਿੱਚ। ਮੈਂ ਵੀ ਹੁਣ ਮੈਂ ਇਹ ਨੌਕਰੀ ਜੁਆਇਨ ਨਹੀਂ ਕਰਨੀ, ਹੁਣ ਤੁਸੀਂ ਸਵੇਰੇ ਇਹਨਾਂ ਨੂੰ ਕਹਿ ਦਿਓ ਵੀ ਮੈਨੂੰ ਜਿਹੜੀ ਇਹ ਨੌਕਰੀ ਨਹੀਂ ਚਾਹੀਦੀ, ਹੁਣ ਮੈਂ ਵਾਪਸ ਜਾਊਂਗਾ। ਇਹ ਗੱਲ ਮੇਰੀ ਚੰਚਲ ਨਾਲ ਉੱਥੇ ਹੋਈ ਸੀ। ਉਸ ਤੋਂ ਬਾਅਦ ਫਿਰ ਮੈਂ ਵਾਪਸ ਆਇਆ। ਮੈਂ ਬਿੰਦਰਾ ਸਾਹਿਬ ਨੂੰ ਜਿਹੜਾ ਹੈਗਾ ਉਹ ਤੋਂ ਬਾਅਦ ਮਿਲਣ ਦੀ ਕੋਸ਼ਿਸ਼ ਕੀਤੀ ਬੜੇ ਵਾਰੀ ਐਮਐਲਏ ਬਣਨ ਤੋਂ ਬਾਅਦ, ਪਰ ਮੇਰੀ ਹਾਲੇ ਤੱਕ ਮੁਲਾਕਾਤ ਉਹਨਾਂ ਨਾਲ ਹੋਈ ਨਹੀਂ। ਸੋ ਮੈਂ ਉਹਨਾਂ ਨੂੰ ਕਹਿਣਾ ਮੈਂ ਥੋੜਾ ਧੰਨਵਾਦ ਕਰਨੀ ਹੈ ਵੀ ਜਿਹੜਾ ਉਹਦੇ ਤੁਸੀਂ ਮੈਨੂੰ ਮੋੜਿਆ ਉੱਥੋਂ। ਜੇ ਸ਼ਾਇਦ ਬਿੰਦਰਾ ਸਾਹਿਬ ਆਪਣਾ ਪ੍ਰੋਗਰਾਮ ਸੁਣਦੇ ਹੋਣ, ਅੱਜ ਮੈਸੇਜ ਪਹੁੰਚ ਗਿਆ ਉਹਨਾਂ ਤੱਕ। ਹਾਂ, ਜੇ ਤੁਸੀਂ ਮੈਨੂੰ ਨਾ ਮੋੜਦੇ ਤਾਂ ਮੈਂ ਜਿੱਥੇ ਪਹੁੰਚਿਆ ਉੱਥੇ ਪਹੁੰਚ ਨਹੀਂ ਸਕਦਾ। ਸੋ ਕਈ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਘਟਨਾ ਵਾਪਰੀ ਮਾੜੀ ਹੈ, ਪਰ ਹੋ ਸਕਦਾ ਤੁਹਾਡੀ ਜ਼ਿੰਦਗੀ ਦੀ ਸਕੀਮ ਵਿੱਚ ਉਹ ਘਟਨਾ ਅਖੀਰ ਨੂੰ ਚੰਗੇ ਨਤੀਜੇ ਲੈ ਕੇ ਆਏ। ਡੈਸਟੀਨੀ ਤੁਹਾਨੂੰ ਕਿਤੇ ਵੀ ਲੈ ਕੇ ਜਾ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਕਈ ਵਾਰੀ ਕੋਈ ਪਰਸਨ ਤੁਹਾਨੂੰ ਬਹੁਤ ਵੱਡਾ ਸਬਕ ਸਿਖਾ ਜਾਂਦਾ, ਤਾਂ ਕਈ ਵਾਰੀ ਕੋਈ ਪਰਸਨ ਤੁਹਾਡੀ ਲਾਈਫ ਦਾ ਕਈ ਵਾਰੀ ਤੁਹਾਡੇ ਇਹੋ ਜਿਹਾ ਦਿਮਾਗ ਦੇ ਵਿੱਚ ਲੈ ਕੇ ਆ ਜਾਂਦਾ ਕਿ ਤੁਹਾਡਾ ਡਿਸੀਜਨ ਬਦਲ ਜਾਂਦਾ। ਜਿਵੇਂ ਕਿ ਤੁਹਾਡੀ ਕਹਾਣੀ ਤੋਂ ਪਤਾ ਲੱਗਿਆ ਕਿ ਕਿਸੇ ਦੀ ਕਈ ਗੱਲ ਜਾਂ ਕਿਸੇ ਦਾ ਐਕਸ਼ਨ ਹੀ ਤੁਹਾਡੇ ਜਿਹੜੇ ਕੰਮ ਕਰਨ ਨੂੰ ਜਾਂ ਕੋਈ ਤੁਹਾਡੇ ਮਾਈਂਡ ਦੇ ਵਿੱਚ ਥਾਟ ਹੈਗੇ ਉਹ ਬਦਲ ਸਕਦਾ ਹੈ। ਸੋ ਤੁਸੀਂ ਵਾਪਸ ਫਿਰ ਜਦੋਂ ਕੈਨੇਡਾ ਦੇ ਵਿੱਚ ਆਏ ਤਾਂ ਉਦੋਂ ਜਦੋਂ ਚਲੇ ਗਏ ਸੀਗੇ, ਉਦੋਂ ਫੈਮਿਲੀ ਨੇ ਨਹੀਂ ਕਿਹਾ ਕਿ ਹੁਣ ਤੁਸੀਂ ਇੰਨੀ ਵਧੀਆ ਕੰਟਰੀ ਛੱਡ ਕੇ ਇੰਡੀਆ ਨੂੰ ਕਿਉਂ ਜਾ ਰਹੇ ਹੋ? ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਉਹ ਕਹਿੰਦੇ ਸੀ ਕਿ ਜਾ ਕੇ ਰਹਿ ਜਾ ਇੱਥੇ। ਉਹਨਾਂ ਨੇ ਖੈਰ ਮੈਨੂੰ ਰੋਕਿਆ ਨਹੀਂਗਾ ਕਿਉਂਕਿ ਮੇਰੇ ਕੋਲੇ ਪਾਥ ਸੀਗਾ ਬੜਾ ਵਧੀਆ, ਰੋਕਿਆ ਨਹੀਂਗਾ ਨਾ, ਪਰ ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਹੈ। ਤਾਂ ਉਦੋਂ ਬਾਅਦ ਫਿਰ ਮੈਂ ਵਾਪਸ ਆ ਗਿਆ। ਵਾਪਸ ਮੈਂ ਸਰੀ ਦੇ ਵਿੱਚ ਆਇਆ। ਉਦੋਂ ਫਿਰ ਸਰੀ ਦੇ ਵਿੱਚ ਸਰੀ ਦੇ ਵਿੱਚ 1994 ਤੋਂ ਬਾਅਦ 2004 ਦੇ ਵਿੱਚ ਤੁਸੀਂ ਪਹਿਲੀ ਵਾਰ ਐਮਐਲਏ ਬਣੇ ਹੈਗੇ। ਸੋ ਪੋਲਿਟਿਕਸ ਦੇ ਵਿੱਚ ਕਿੱਦਾਂ ਇੰਟਰਸਟ ਪਿਆ ਤੇ ਉਹਨਾਂ 10 ਸਾਲਾਂ ਦੇ ਵਿੱਚ ਤੁਸੀਂ ਕੋਈ ਕੰਮ ਕੀਤਾ, ਕਿਹੜੀ ਜੌਬ ਤੇ ਰਹੇ ਇੱਥੇ? ਜਿਹੜਾ ਪੋਲੀਟੀਕਲ ਇੰਟਰਸਟ ਹੈਗਾ ਜੀ, ਮੈਂ ਸਮਝਦਾ ਵੀ ਉਹ ਕਈ ਵਾਰੀ ਨਾ ਤੁਹਾਡੀ ਪਰਸਨੈਲਿਟੀ ਦਾ ਹਿੱਸਾ ਹੁੰਦਾ, ਜਾਂ ਤੁਸੀਂ ਕਹਿ ਲਓ ਤੁਸੀਂ ਲੈ ਕੇ ਜੰਮੇ ਹੁੰਦੇ ਹੋ। ਆਪਾਂ ਬਹੁਤ ਕੁਛ ਜਿਹੜਾ ਜਦੋਂ ਆਪਾਂ ਬੱਚਾ ਪੈਦਾ ਹੁੰਦਾ ਉਹਦੀ ਸ਼ਖਸੀਅਤ ਹੁੰਦੀ ਹੈ, ਉਹਦੇ ਵਿੱਚ ਬੜੇ ਕਿਸਮ ਦੇ ਇੰਟਰਸਟ ਹੁੰਦੇ ਆ, ਬੜੇ ਕਿਸਮ ਦੇ ਸਕਿੱਲ ਸੈੱਟ ਉਹਦੇ ਵਿੱਚ ਹੁੰਦੀਆਂ ਨੇ। ਉਹ ਕਿੰਨੀ ਕੁ ਪੋਲਿਸ਼ ਕਰ ਸਕਦਾ ਉਸ ਨੂੰ, ਇਹ ਉਹਦੀ ਗਾਹਾਂ ਜ਼ਿੰਦਗੀ ਦੇ ਸਫ਼ਰ ਤੇ ਡਿਪੈਂਡ ਕਰਦਾ। ਤੇ ਪੋਲਿਟਿਕਸ ਦੇ ਵਿੱਚ ਮੈਂ ਵੈਸੇ ਉੱਥੇ ਵੀ ਤੁਹਾਨੂੰ ਦੱਸਦਾ, ਕਾਲਜ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜੀ ਸੀ। ਠੀਕ ਹੈ, ਮੈਂ ਸਫਲ ਨਹੀਂ ਸੀ ਹੋਇਆ ਜੀ, ਮੈਂ ਲੜੀ ਸੀ। ਇੱਥੇ ਆ ਕੇ ਮੈਂ ਜਦੋਂ ਮੈਨੀਟੋਬਾ ਦੇ ਵਿੱਚ ਆਇਆ, ਮੈਂ 3 ਸਾਲ ਉੱਥੇ ਰਿਹਾ। ਮੈਂ 3 ਸਾਲ ਉੱਥੇ ਬਹੁਤ ਐਕਟਿਵ ਰਿਹਾ, ਐਨਡੀਪੀ ਦੇ ਵਿੱਚ ਹੀ ਰਿਹਾ। ਐਨਡੀਪੀ ਦਾ ਮੈਂ ਮੈਂਬਰ ਬਣਿਆ ਸੀ ਜਾਣਨ ਤੋਂ ਬਾਅਦ ਵੀ ਕਿਹੜੀ ਪਾਰਟੀ ਕੀ ਹੈ, ਕਿਹੜੀ ਪਾਰਟੀ ਕੀ ਹੈ, ਕਿਹੜੀ ਪਾਰਟੀ ਕੀ ਹੈ। ਉੱਥੇ ਮੈਂ ਮੈਂਬਰ ਬਣਿਆ। ਮੈਂਬਰ ਬਣ ਕੇ ਮੈਂ ਉੱਥੇ, ਉਦੋਂ ਸਾਡੇ ਲੀਡਰ ਹੁੰਦੇ ਸੀ ਐਨਡੀਪੀ ਦੇ, ਅਪੋਜੀਸ਼ਨ ਲੀਡਰ ਹੁੰਦੇ ਸੀ ਗੈਰੀ ਡੂਅਰ, ਉਹਨਾਂ ਦੇ ਮੈਂ ਨੇੜੇ ਹੋ ਕੇ ਕੰਮ ਵੀ ਕੀਤਾ। ਉਹ ਫਿਰ ਬਾਅਦ ਚ ਪ੍ਰੀਮੀਅਰ ਬਣੇ, ਉਹ 3 ਟਰਮਾਂ ਪ੍ਰੀਮੀਅਰ ਜਿੱਤਿਆ।
ਤੇ ਉਹਨਾਂ ਦੇ ਨਾਲ ਹੁੰਦੇ ਸੀ ਫਾਈਨਾਂਸ ਮਿਨਿਸਟਰ ਜਿਹੜੇ ਗ੍ਰੈਗ ਸਲੈਂਜਰ, ਉਹ ਸਾਡੇ ਉੱਥੇ ਪ੍ਰੋਫੈਸਰ ਹੁੰਦੇ ਸੀ ਤੇ ਉਹ ਬਾਅਦ ਦੇ ਵਿੱਚ ਉਹ ਵੀ ਪ੍ਰੀਮੀਅਰ ਬਣੇ। ਉਹ ਮੇਰੇ ਦੋਨੇ ਹੀ ਦੋਸਤ ਨੇਗੇ, ਸੋ ਉਹਨਾਂ ਦੇ ਮੈਂ ਨੇੜੇ ਉਹ ਕੰਮ ਕੀਤਾ ਸੀਗਾ। ਮੈਨੂੰ ਸੋ ਇਸ ਕਰਕੇ ਐਨਡੀਪੀ ਦੀਆਂ ਬੇਸਿਕ ਵੈਲਿਊਜ਼ ਜਿਹੜੀਆਂ ਸੀਗੀਆਂ ਕੀ ਨੇ ਉਹ ਮੈਂ ਉੱਥੇ ਸਿੱਖ ਲਈਆਂ ਸੀਗੀਆਂ। ਉਹਨੂੰ ਫਿਰ ਮੈਂ ਇੱਥੇ ਆ ਕੇ ਕੰਟੀਨਿਊ ਕੀਤਾ। ਜਿਹੜਾ ਉਸ ਤੋਂ ਬਾਅਦ 2000 ਤੁਸੀਂ ਕਹਿੰਦੇ 1994-95 ਤੋਂ ਲੈ ਕੇ ਜਿਹੜਾ 8 ਸਾਲ ਮੈਂ ਉਹਨੂੰ ਕੰਟੀਨਿਊ ਕੀਤਾ। ਇੱਥੇ ਮੈਂ ਹਰੇਕ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ 'ਚ ਹਿੱਸਾ ਲਿਆ, ਲੋਕਾਂ ਦੀ ਮਦਦ ਕੀਤੀ, ਮੈਂਬਰਸ਼ਿਪ ਬਣਾਈ ਵਗੈਰਾ ਵਗੈਰਾ ਵਗੈਰਾ। ਸੋ ਉਹਦੇ 'ਚ ਜਿਹੜਾ ਹੈਗਾ 8 ਸਾਲ ਮੈਂ ਆਪਣੇ ਸਾਡੇ ਚਰਨਪਾਲ ਜੀ ਲੜੇ ਕਈ ਚੋਣਾਂ, ਉਹਨਾਂ ਨੂੰ ਮਦਦ ਕੀਤੀ। ਪੈਨੀ ਪ੍ਰੈਡੀ, ਸੂ ਹੈਮਲ, ਇਹਨਾਂ ਸਾਰਿਆਂ ਦੀ ਮਦਦ ਕੀਤੀ ਜਿਹੜੀ ਹੈਗੀ ਆ ਇਲੈਕਸ਼ਨ ਦੇ ਵਿੱਚ। ਜੀ ਫਿਰ 2004 ਦੇ ਵਿੱਚ ਖੁਦ ਅੱਗੇ ਆਉਣ ਨੂੰ ਕਿਹਨੇ ਕਿਹਾ ਵੀ ਹੁਣ ਤੁਹਾਨੂੰ ਖੁਦ ਅੱਗੇ ਜਾਣਾ ਚਾਹੀਦਾ, ਕਿ ਆਪਣੇ ਮਨ ਤੋਂ ਹੀ ਆਪ ਹੀ ਡਿਸੀਜਨ ਲਿਆ ਕਿ ਹੁਣ ਮੈਨੂੰ ਅੱਗੇ ਜਾਣਾ ਚਾਹੀਦਾ? ਹੈਲਪ ਬਹੁਤ ਕਰ ਲਈ ਹੈ, ਵੋਲੰਟੀਅਰ ਕੰਮ ਬਹੁਤ ਕਰ ਲਿਆ। 2004 ਦਾ ਜਿਹੜਾ ਸਮਾਂ ਸੀ ਇੱਕ ਇਸ ਕਿਸਮ ਦਾ ਸਮਾਂ ਸੀਗਾ ਉਹ ਕਿ BC ਦੇ ਵਿੱਚ ਉਸ ਵੇਲੇ 79 ਸੀਟਾਂ ਹੁੰਦੀਆਂ ਸੀ ਕੁੱਲ, ਜਿਹੜੀਆਂ ਅੱਜ 87 ਨੇ, ਉਦੋਂ 79 ਸੀਗੀਆਂ। ਉਦੋਂ NDP ਦੇ ਸਿਰਫ 2 ਹੀ MLA ਜਿੱਤੇ ਸੀ ਤੇ 77 ਜਿਹੜੇ ਗਾਰਡਨ ਕੈਮਲ ਪ੍ਰੀਮੀਅਰ ਸੀਗੇ, 77 ਉਹਨਾਂ ਦੇ MLA ਸੀ। ਯਾਨੀ ਸਾਰੀ ਵਿਧਾਨ ਸਭਾ ਤੁਸੀਂ ਗੇੜਾ ਮਾਰੋ ਉਹਦੇ ਵਿੱਚ 2 ਹੀ ਬੰਦੇ NDP ਦੇ ਬੈਠੇ ਸੀ, ਬਾਕੀ ਸਾਰੀਆਂ ਕੁਰਸੀਆਂ ਦੇ ਉੱਤੇ ਸਰਕਾਰੀ MLA ਹੀ ਸੀਗੇ। ਉਹ ਇੱਕ ਐਸਾ ਸਮਾਂ ਸੀ ਜਦੋਂ ਉਦੋਂ ਮੈਂ ਸੀਡਸ ਦੇ ਵਿੱਚ ਜਿਹੜਾ ਸੀਡਸ ਦਾ ਐਗਜ਼ੈਕਟਿਵ ਡਾਇਰੈਕਟਰ ਸੀਗਾ ਜੀ, ਤੇ ਉਸ ਵੇਲੇ ਮੈਂ ਜਦੋਂ ਦੇਖਿਆ ਵੀ ਉਹਨਾਂ ਜਿਹੜੀਆਂ ਪਾਲਿਸੀਆਂ ਸ਼ੁਰੂ ਕੀਤੀਆਂ ਉਹ ਲੋਕਾਂ ਲਈ ਬੜੀਆਂ ਮਾੜੀਆਂ ਸੀਗੀਆਂ। ਮਿਸਾਲ ਦੇ ਤੌਰ ਦੇ ਉੱਤੇ ਉਹਨਾਂ ਨੇ ਪਹਿਲੇ ਦਿਨ ਅਨੁਸਾਰ $2 ਬਿਲੀਅਨ ਦਾ ਟੈਕਸ ਕੱਟ ਦਿੱਤਾ ਜਿਹੜਾ ਕਾਰਪੋਰੇਸ਼ਨਸ ਨੂੰ। ਦੂਜੇ ਪਾਸੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਕੀ ਕਹਿੰਦੇ ਉਹਨੂੰ 7000 ਜੌਬ ਐਲੀਮੀਨੇਟ ਕਰਤੀ ਜਿਹੜੀਆਂ ਮੈਜੋਰਟੀ ਵਿਮਨ ਸੀਗੀਆਂ ਉਹਨਾਂ ਦੀਆਂ ਹੈਲਥ ਸੈਕਟਰ 'ਚ ਕੰਮ ਕਰਦੀਆਂ ਨਾ। ਉਹ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਹੋਈ, ਫਿਰ ਉਦੋਂ ਮੈਂ ਇੰਟਰਸਟ ਲੈਣਾ ਸ਼ੁਰੂ ਕੀਤਾ ਵੀ ਚਲੋ ਲੋਕਾਂ ਖਾਤਰ ਲੜੀਏ। ਮੈਂ ਫਿਰ ਜਿਹੜਾ ਹੈਗਾ ਆਪਣਾ ਰੇਡੀਓ ਤੇ ਜਾ ਕੇ ਇੱਕ ਵਿਰੋਧੀ ਧਿਰ ਦਾ ਜਿਹੜਾ ਨੁਮਾਇੰਦਾ ਹੋਣ ਦੇ ਨਾਤੇ ਜਿਹੜੀ ਡਿਸਕਸ਼ਨ 'ਚ ਹਿੱਸਾ ਲੈਂਦਾ ਸੀਗਾ, ਉਹ ਮੈਂ ਕੰਮ ਸ਼ੁਰੂ ਕੀਤਾ ਉਦੋਂ ਤੇ ਉਹ ਮੈਂ ਕਰਦਾ ਰਿਹਾ। ਉਸ ਤੋਂ ਬਾਅਦ 2004 ਦੇ ਵਿੱਚ ਜਿਹੜੇ ਡਾਕਟਰ ਚੀਮਾ ਸਾਹਿਬ ਹੈਗੇ ਆ, ਡਾਕਟਰ ਚੀਮਾ ਹੁੰਦੇ ਸੀ MLA ਸ਼ਰੀਫ ਆਪਣਾ ਪੈਨੋਰਾਮਾ ਤੋਂ, ਮੈਂ ਪੈਨੋਰਾਮਾ ਰਹਿੰਦਾ ਹੁੰਦਾ ਸੀ ਉਸ ਵੇਲੇ। ਸੋ ਡਾਕਟਰ ਚੀਮਾ ਨੇ ਫੈਸਲਾ ਕੀਤਾ ਕਿ ਵੀ ਉਹ MLA ਛੱਡ ਕੇ MP ਦੀ ਚੋਣ ਲੜਨਾ ਉਹਨਾਂ ਨੇ ਫੈਸਲਾ ਕੀਤਾ। ਇਸ ਕਰਕੇ ਉਹਨਾਂ ਨੇ MLA ਦੀ ਸੀਟ ਛੱਡਤੀ ਸੀ। ਉਸ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋਈ ਸੀਗੀ, ਇਲੈਕਸ਼ਨ ਤੋਂ ਜਿਹੜੀ ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਕੋਈ 7 ਕੁ ਮਹੀਨੇ ਪਹਿਲਾਂ ਜੀ। ਸੋ ਉਸ ਬਾਈ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਸਰੀ ਦੇ ਵਿੱਚ ਕੰਮ ਬਹੁਤ ਕੀਤਾ ਹੋਇਆ ਸੀਗਾ NDP ਵਾਸਤੇ, ਸੋ NDP ਨੇ ਮੈਨੂੰ ਖੁਦ ਆ ਕੇ ਕਿਹਾ ਵੀ ਤੁਸੀਂ ਇੱਥੋਂ ਚੋਣ ਲੜੋ। ਸੋ ਉਹ ਚੋਣ ਮੈਂ ਲੜੀ ਸੀ। ਉਹ ਚੋਣ ਜਿਹੜੀ ਹੈਗੀ ਹੈ ਪਹਿਲੀ ਬਾਈ ਇਲੈਕਸ਼ਨ ਸੀ, ਪਹਿਲਾ ਟੈਸਟ ਸੀ NDP ਦਾ, ਔਰ ਪਹਿਲਾ ਟੈਸਟ ਸਰਕਾਰ ਦਾ ਵੀ ਸੀਗਾ ਇੱਕ ਕਿਸਮ ਦਾ ਉਹ, ਬਟ NDP ਦਾ ਵੱਡਾ ਸੀ ਕਿ ਵੀ ਕੀ NDP ਵਾਪਸ ਆਉਣ ਦਾ ਕੋਈ ਇਹਨਾਂ ਹੈਗੀ ਹੈ ਮਾਦਾ ਇਹਨਾਂ ਦੇ ਵਿੱਚ। ਤਾਂ ਉਹਦੇ 'ਚ ਫਿਰ ਉਹ ਇਲੈਕਸ਼ਨ ਅਸੀਂ ਕਾਫੀ ਵੱਡੇ ਫਰਕ ਨਾਲ ਜਿੱਤ ਗਏ ਸੀਗੇ, ਜਿਹਦੇ ਨਾਲ ਸੂਬੇ ਲੈਵਲ ਦੇ ਉੱਤੇ ਜਿਹੜੇ NDP ਦੇ ਵਲੰਟੀਅਰ ਸੀਗੇ ਜਾਂ ਐਕਟਿਵਿਸਟ ਸੀਗੇ, ਉਹਨਾਂ ਨੂੰ ਦੁਬਾਰਾ ਇੱਕ ਵਾਰੀ ਫੇਰ ਜਿਹੜੀ ਬੜੀ ਵੱਡੀ ਇਨਕਰੇਜਮੈਂਟ ਮਿਲੀ ਸੀਗੀ ਕਿ NDP ਜਿਉਂਦੀ ਹੈ, NDP ਵਾਪਸ ਆ ਸਕਦੀ ਹੈ। ਤਾਂ ਇਹ ਜਿਹੜਾ ਉਸ ਜਿਹੜੀ 2004 ਦੀ ਜਿੱਤ ਦੇ ਨਾਲ ਫਰਕ ਪਿਆ ਸੀ। that was very nice। ਤੇ ਇੱਕ 2012 ਦੀ ਜੇ ਗੱਲ ਕਰਾਂ ਤਾਂ ਵੈਲਫੇਅਰ ਸੁਸਾਇਟੀ ਨੇ ਤੁਹਾਨੂੰ ਚੈਲੰਜ ਕੀਤਾ ਸੀ ਜਿਹੜਾ ਤੁਸੀਂ ਐਕਸੈਪਟ ਕਰ ਲਿਆ ਸੀ। ਬਹੁਤੇ ਲੋਕਾਂ ਨੂੰ ਉਸ ਬਾਰੇ ਪਤਾ ਨਹੀਂ ਕਿ ਤੁਸੀਂ ਆਪਣਾ ਘਰ ਛੱਡ ਕੇ ਡਾਊਨਟਾਊਨ ਰਹਿਣ ਗਏ ਸੀ, ਉੱਥੇ ਜਾ ਕੇ ਤੁਸੀਂ ਉਹਨਾਂ ਦੇ ਲਈ ਲੜਾਈ ਲੜੀ ਜਿਹੜੇ ਵੈਲਫੇਅਰ ਤੇ ਰਹਿੰਦੇ ਹੈਗੇ ਕਿ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਵਧਾ ਦੇਣੀ ਚਾਹੀਦੀ ਹੈ। ਉਹ ਕੁੱਲ ਮਿਲਾ ਕੇ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਉਹ ਮੇਰੀ ਪੋਲੀਟੀਕਲ ਲਾਈਫ ਦਾ ਹੁਣ ਤੱਕ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਐਕਸਪੀਰੀਅੰਸ ਮੈਂ ਗਿਣਵਾ। ਉਹਦੇ 'ਚ ਜਿਹੜਾ ਚੈਲੰਜ ਕੀ ਸੀਗਾ, ਉਹ ਜਿਹੜੀ ਵੈਨਕੂਵਰ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈਗੀ, ਉਹਦਾ ਨਾਮ ਹੈਗਾ ਰੇਜ਼ ਦੀ ਰੇਟ ਵਧਾਓ ਜਿਹੜੇ ਗਰੀਬਾਂ ਦੇ। ਉਹ ਗਰੀਬਾਂ ਵਾਸਤੇ ਲੜਦੀ ਹੈ। ਉਹਨਾਂ ਨੇ ਚੈਲੰਜ ਕੀਤਾ ਸਰਕਾਰ ਦੇ ਸਾਰੇ MLA ਨੂੰ, ਚਿੱਠੀ ਲਿਖਤੀ ਕਿ ਵੀ ਤੁਸੀਂ ਜਿੰਨੇ ਪੈਸੇ ਦਿੰਦੇ ਹੋ $625 ਤੋਂ ਸੀਗੇ, ਇੰਨੇ ਪੈਸਿਆਂ ਦੇ ਨਾਲ ਕੋਈ ਵੀ ਬੰਦਾ ਜ਼ਿੰਦਗੀ ਇੱਥੇ ਜਿਉ ਨਹੀਂ ਸਕਦਾ। ਉਹ ਜਾਂ ਚੋਰੀ ਕਰੂਗਾ ਜਾਂ ਕੁਝ ਹੋਰ ਕਰੂਗਾ, ਤਾਂ ਤੁਸੀਂ ਰਹਿ ਕੇ ਦਿਖਾਓ। ਹਾਂਜੀ, ਇਹ ਜਿਹੜੀ ਬੇਸਿਕਲੀ ਚੈਲੰਜ ਸੀਗਾ, ਉਹਨੂੰ ਵੈਲਫੇਅਰ ਚੈਲੰਜ ਕਹਿੰਦੇ ਆ। ਉਹ ਚਿੱਠੀ ਮੇਰੇ ਕੋਲੇ ਵੀ ਆਈ, ਮੈਂ ਉਹ ਚਿੱਠੀ ਆਈ, ਪਰ ਮੇਰੀ ਭਤੀਜੀ ਦੀ ਸੀਗੀ ਗ੍ਰੈਜੂਏਸ਼ਨ ਜਸ ਕਰਨ ਦੀ, ਉਹ ਆਪਣਾ ਉੱਥੋਂ ਨੇ ਮੈਡੀਕਲ ਕਾਲਜ ਦਾ ਪਾਸ ਕੀਤੀ ਸੀ ਮੈਡੀਕਲ ਡਿਗਰੀ। ਅਸੀਂ ਨਿਊਯਾਰਕ ਗਏ, ਉੱਥੇ ਸੀ, ਮੈਂ ਚਿੱਠੀ ਨਾਲ ਹੀ ਲੈ ਗਿਆ। ਉੱਥੇ ਮੈਂ ਚਿੱਠੀ ਜਦੋਂ ਖੋਲ੍ਹੀ, ਮੈਂ 5 ਸਟਾਰ ਹੋਟਲ ਦੇ ਵਿੱਚ ਬੈਠਾ, ਚਿੱਠੀ ਖੋਲ੍ਹੀ, ਮੈਂ ਚਿੱਠੀ ਪੜ੍ਹੀ। ਉਹ ਚਿੱਠੀ ਪੜ੍ਹ ਕੇ ਮੈਂ ਸੋਚਿਆ ਵੀ ਉਹਦੇ ਬਾਰੇ ਵੀ ਮੈਂ ਪਿੰਡ 'ਚੋਂ ਆਇਆ ਤੇ ਮੈਂ ਅਮਰੀਕਾ ਦੇ ਇੱਕ ਖੂਬਸੂਰਤ ਹੋਟਲ ਦੇ ਵਿੱਚ ਬੈਠਾ, ਪਰ ਕੈਨੇਡਾ ਦੇ ਵਿੱਚ ਬੰਦੇ ਜਿਹੜੇ ਸਟਰਗਲ ਕਰ ਰਹੇ, ਜਿਹੜੇ ਇੱਥੋਂ ਦੇ ਬੋਰਨ ਬੰਦੇ ਆ,
ਇਹ ਉਹਨਾਂ ਦੇ ਵਾਸਤੇ ਇਹਨਾਂ ਨੇ ਚੈਲੰਜ ਕੀਤਾ ਵੀ ਇਹਨੂੰ ਮੈਨੂੰ ਐਕਸੈਪਟ ਕਰਨਾ ਚਾਹੀਦਾ। ਮੈਂ ਉੱਥੇ ਮੈਂ ਆਪਣੇ ਦਿਮਾਗ 'ਚ ਮੇਰੇ ਇਹ ਗੱਲ ਆਈ। ਬਿਲਕੁਲ, ਕਿਉਂਕਿ ਉਸ ਟਾਈਮ ਦੇ ਉੱਤੇ ਜੇ ਤੁਸੀਂ ਐ ਵੀ ਕਹਿ ਸਕਦੇ ਸੀ ਕਿ ਨਹੀਂ ਮੈਨੂੰ ਕੀ ਹੈ ਵੀ ਜੇ ਮੈਨੂੰ ਚੈਲੰਜ ਭੇਜਤਾ ਦੱਸ ਓਕੇ, ਉਹ ਤਾਂ ਕਹਿੰਦੇ ਹੀ ਰਹਿੰਦੇ ਨਹੀਂ, ਤੁਹਾਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ ਸੀ। ਤੁਹਾਡੇ 4 ਸਾਲ ਦਾ ਬੇਟਾ ਤੇ 11 ਸਾਲ ਦੀ ਬੇਟੀ, ਉਦੋਂ ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ ਸੀ। ਉਹਨਾਂ ਨੇ ਚੈਲੰਜ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਮੈਸੇਜ ਭੇਜਿਆ ਸੀ, ਇੱਕ ਮੈਸੇਜ ਸੀ ਸਾਰਿਆਂ ਨੂੰ। ਜੀ ਜੀ। ਤੇ ਉੱਥੋਂ ਫਿਰ ਮੈਂ ਫੋਨ ਕੀਤਾ ਆਪਣੀ ਜਿਹੜੀ ਸਾਡੀ ਕਾਕਸ ਦਾ ਚੇਅਰ ਹੁੰਦੇ ਸੀ ਸ਼ੇਮ ਸਿੰਪਸਨ, ਮਿਨਿਸਟਰ ਵੀ ਰਹੇ ਹੁਣ ਉਹ ਉਸੇ ਮਹਿਕਮੇ ਦੇ, ਜੀ ਜੀ, ਉਹਨਾਂ ਨੂੰ ਚੇਅਰ ਨੂੰ ਵੀ ਮੈਂ ਇਹਦੇ ਤੇ ਕੰਸੀਡਰ ਕਰ ਰਿਹਾ, ਇਸ ਕਰਕੇ ਉਹਨਾਂ ਨੂੰ ਦੱਸੋ ਵੀ ਮੈਂ ਆ ਕੇ ਉਹਨਾਂ ਨਾਲ ਗੱਲ ਕਰੂੰ। ਉਹਨਾਂ ਨੇ ਕਿਹਾ ਵੀ ਠੀਕ ਹੈ। ਐਨੀਵੇ ਲੌਂਗ ਸਟੋਰੀ ਸ਼ਾਰਟ, ਮੈਂ ਉਹਨਾਂ ਨਾਲ ਗੱਲ ਕੀਤੀ, ਪੁੱਛਿਆ ਵੀ ਇਹ ਸਿਸਟਮ ਕੀ ਹੈ, ਕੀ ਕਰਨਾ ਹੋਊ ਮੈਂ। ਉਹ ਬੇਸਿਕਲੀ ਮੈਨੂੰ ਕਹਿੰਦੇ ਵੀ ਤੁਸੀਂ $625 ਦੇ ਉੱਤੇ 1 ਮਹੀਨਾ ਰਹਿਣਾ ਜਿਵੇਂ ਵੈਲਫੇਅਰ ਵਾਲਾ ਬੰਦਾ ਰਹਿੰਦਾ, ਤੇ ਤੁਸੀਂ ਇਹ ਪ੍ਰੂਵ ਕਰਨਾ ਸਾਨੂੰ ਵੀ $625 ਚ ਰਿਹਾ ਜਾ ਸਕਦਾ। ਜੇ ਪ੍ਰੂਵ ਕਰਤੇ ਤੁਸੀਂ ਗਵਰਨਮੈਂਟ ਦੀ ਪਾਲਿਸੀ ਪ੍ਰੂਵ ਹੋ ਗਈ, ਪਰ ਜੇ ਨਾ ਪ੍ਰੂਵ ਹੋਇਆ ਫਿਰ ਗਵਰਨਮੈਂਟ ਦੀ ਪਾਲਿਸੀ ਫੇਲ ਹੋ ਗਈ। ਤੇ ਉਹ ਸਾਰਾ ਕੁਝ ਜਾਣਨ ਤੋਂ ਬਾਅਦ ਮੈਂ ਉਹ ਐਕਸੈਪਟ ਕੀਤਾ ਸੀਗਾ। ਉਹ ਮੈਂ ਐਕਸੈਪਟ ਪਾਲਿਸੀ ਫੇਲ ਕਰਨ ਵਾਸਤੇ ਨਹੀਂ ਕੀਤਾ ਸੀ, ਨਾ ਹੀ ਪਾਲਿਸੀ ਪ੍ਰੂਵ ਕਰਨ ਵਾਸਤੇ ਕੀਤਾ ਸੀ। ਉਹ ਮੈਂ ਐਕਸੈਪਟ ਕੀਤਾ ਸੀ ਵੀ ਜਿਹੜੇ ਗਰੀਬਾਂ ਦੀ ਜ਼ਿੰਦਗੀ ਹੈ ਇਸ ਮੁਲਕ ਦੇ ਵਿੱਚ, ਇਹ ਧਰਤੀ ਦਾ ਅਮੀਰ ਮੁਲਕ ਹੈ, ਸਭ ਤੋਂ ਅਮੀਰ ਸੂਬਾ ਹੈ ਜੀ, ਵੀ ਇੱਥੇ ਵੀ ਇੰਨੀ ਵੱਡੀ ਗਿਣਤੀ ਲੋਕ ਜਿਹੜੇ ਸੜਕਾਂ ਦੇ ਉੱਤੇ ਪਏ ਨੇ, ਉਹ ਕਿਉਂ, ਕਿੱਥੇ ਗਲਤੀ ਹੈ ਹਨਾ, ਕਿਤੇ ਨਾ ਕਿਤੇ ਪ੍ਰੋਬਲਮ ਹੈ। ਇਸ ਕਰਕੇ ਜਿਹੜੀ ਉਹਨਾਂ ਦੀ ਸਟੋਰੀ ਹੈ, ਉਹਨਾਂ ਬਾਰੇ ਬੜੀਆਂ ਮਿਥਸ ਨੇ ਵੀ ਇਹ ਡਰੱਗ ਕਰਦੇ ਆ ਜੀ, ਇਹ ਆਪਣਾ ਚੋਰੀ ਕਰਦੇ ਆ ਜੀ, ਇਹ ਵਗੈਰਾ ਵਗੈਰਾ, ਪਰ ਅਸੀਂ ਕਈ ਵਾਰੀ ਇਹ ਨਹੀਂ ਸੋਚਦੇ ਕਿਉਂ ਕਰਦੇ ਹਾਂਜੀ। ਉਹ ਜਿਹੜੀ ਮਿਥ ਉਹਨਾਂ ਬਾਰੇ ਬਣੀ ਹੋਈ ਹੈ, ਉਸ ਮਿਥ ਨੂੰ ਤੋੜਨ ਵਾਸਤੇ ਮੈਂ ਐਕਸੈਪਟ ਕੀਤਾ ਸੀ ਕਿ ਮੈਂ ਲੋਕਾਂ ਨੂੰ ਐਜੂਕੇਟ ਕਰ ਸਕਾਂ ਵੀ ਇਹਨਾਂ ਦੀ ਹਕੀਕਤ ਕਿਆ ਹੈ, ਇਹਨਾਂ ਬਾਰੇ ਸੱਚ ਕਿਆ ਹੈ, ਇਹਨਾਂ ਦਾ ਸਫ਼ਰ ਕਿਆ ਹੈ ਜੀ। ਸੋ ਉਹ ਪਾਵਰਟੀ ਤੇ ਜਿਹੜਾ ਰੋਸ਼ਨੀ ਪਾਉਣ ਵਾਸਤੇ ਮੈਂ ਉਹ ਐਕਸੈਪਟ ਕੀਤਾ ਸੀ, ਮੈਂ ਕੀਤਾ। ਤੇ ਉਹਦੇ ਚ ਮੈਂ ਜਿਹੜੇ ਪਹਿਲੇ 15 ਦਿਨ ਮੈਂ ਸਰੀ ਦੇ ਵਿੱਚ ਰਿਹਾ ਸੀਗਾ, ਉਹਦੇ ਚ ਜਿਹੜਾ ਮੈਂ ਘਰ ਚ ਰਿਹਾ ਸੀਗਾ, ਉਹਦੇ ਚ 12 ਬੰਦੇ ਰਹਿੰਦੇ ਸੀ ਘਰ ਦੇ ਵਿੱਚ, ਤੇ ਇੱਕ ਕਮਰੇ ਚ ਇੱਕ ਬੰਦਾ ਉਹਨੇ ਰੱਖਿਆ। ਵਾਸ਼ਰੂਮ ਮੈਨੂੰ ਇੱਕ ਬੰਦੇ ਨੇ ਆਪਣਾ ਸ਼ੇਅਰ ਕਰਨਾ ਪਿਆ, ਤੇ ਕਿਚਨ ਅਸੀਂ ਸਾਰੇ ਸ਼ੇਅਰ ਕਰਦੇ ਸੀ। ਤੁਸੀਂ ਸਮਾਂ ਲੈ ਕੇ ਆਪਣੇ ਮੁਤਾਬਕ ਖਾਣਾ ਬਣਾਉਂਦੇ ਸੀਗੇ, ਤੇ ਮੈਂ ਆਪਣਾ ਖਾਣਾ ਵੀ ਆਪ ਬਣਾਉਂਦਾ ਸੀਗਾ। 12 ਦਿਨ ਮੈਂ ਇੱਥੇ ਰਿਹਾ। ਉਦੋਂ ਬਾਅਦ ਜਾ ਕੇ ਇੱਥੋਂ ਵਾਲੇ 12 ਦਿਨ ਰਿਲੇਟਿਵਲੀ ਠੀਕ ਸੀਗੇ। ਮੇਰੇ ਕੋਲ ਆਪਣਾ ਕਮਰਾ ਸੀ, ਇੱਕ ਬੰਦੇ ਨਾਲ ਮੈਨੂੰ ਵਾਸ਼ਰੂਮ ਸਾਂਝਾ ਕਰਨਾ ਪੈਂਦਾ ਸੀ, ਤੇ ਕਿਚਨ ਤੁਸੀਂ ਜਾ ਕੇ ਆਪਣਾ ਬਣਾ ਸਕਦੇ ਸੀ। ਪਰ ਉਹਦੇ ਨਾਲ ਨਾਲ ਮੈਂ ਹਰ ਰੋਜ਼ ਲੋਕਾਂ ਨੂੰ ਮਿਲਦਾ ਸੀਗਾ, ਜਿਹੜੇ ਲੋਕ ਇਸ ਜਿਹੜੇ ਹੈਗੇ ਆ ਪਾਵਰਟੀ 'ਚ ਰਹਿ ਰਹੇ ਆ। ਕਦੇ ਬੱਚਿਆਂ ਨੂੰ ਮਿਲਦਾ ਸੀ, ਕਦੇ ਯੂਥ ਨੂੰ ਮਿਲਦਾ ਸੀ, ਕਦੇ ਸਿੰਗਲ ਫੀਮੇਲਸ ਨੂੰ ਮਿਲਦਾ ਸੀ, ਕਦੇ ਪੇਰੈਂਟਸ ਨੂੰ ਮਿਲਦਾ ਸੀ, ਵਗੈਰਾ ਵਗੈਰਾ। ਉਹਨਾਂ ਦੇ ਚੈਲੰਜ ਕੀ ਨੇ, ਉਹ ਫਿਰ ਮੈਂ ਸਟੋਰੀ ਹਰ ਰੋਜ਼ ਲੋਕਾਂ ਨੂੰ ਸੁਣਾਉਂਦਾ ਸੀਗਾ ਵੀ ਸੱਚ ਆ ਹਾਂਜੀ। ਉਸ ਤੋਂ ਬਾਅਦ ਜਿਹੜਾ ਹੈਗਾ, ਜਿਵੇਂ ਉਹਦੇ 'ਚ ਮੈਂ ਤੁਹਾਨੂੰ ਦੱਸਾਂ, ਜਿਹੜੀ ਪਹਿਲੀ ਸਟੋਰੀ ਮੈਂ ਸੁਣੀ ਸੀ, ਮੇਰੇ ਹਾਲੇ ਤੱਕ ਗੱਲ ਯਾਦ ਹੈ। ਵੈਰੀ ਫਸਟ ਡੇ ਜਦੋਂ ਮੈਂ ਸ਼ੁਰੂ ਕੀਤਾ ਇਹ ਚੈਲੰਜ, ਉਹ ਸੀਗਾ 1 ਜਨਵਰੀ, ਜਿੱਦਾਂ ਨਵਾਂ ਸਾਲ ਸੀ, ਲੋਕ ਨਵਾਂ ਸਾਲ ਮਨਾ ਰਹੇ ਸੀ, ਮੈਂ ਇਹ ਸ਼ੁਰੂ ਕੀਤਾ ਸੀ ਉਦੋਂ। ਔਰ ਉਸ ਦਿਨ ਜਦੋਂ ਮੈਂ ਉੱਥੇ ਗਿਆ, ਜਿਹੜਾ ਇੱਥੇ ਸਰੀ ਦੇ ਵਿੱਚ ਇੱਕ ਫਰੰਟ ਰੂਮ ਹੈ ਜਿੱਥੇ ਸਾਰੇ ਗਰੀਬ ਲੋਕ, ਜਿਹੜੇ ਬੇਘਰ ਲੋਕ ਉੱਥੇ ਆਉਂਦੇ, ਉੱਥੇ ਕਾਫੀ ਵੱਡਾ ਰੂਮ ਹੈ, ਉੱਥੇ ਉਹਨਾਂ ਦੇ ਬੈਠਣ ਵਾਸਤੇ ਕੁਰਸੀਆਂ ਹੈਗੀਆਂ, ਚਾਹ ਪਾਣੀ ਪੀ ਸਕਦੇ ਆ, ਤੇ ਚਾਹ ਪਾਣੀ ਉੱਥੇ ਵਾਸ਼ਰੂਮ ਹੈਗਾ, ਉਹਨੂੰ ਯੂਜ਼ ਕਰ ਸਕਦੇ ਆ। ਮੈਂ ਜਦੋਂ ਅੰਦਰ ਉੱਥੇ ਗਿਆ, ਟੇਬਲਾਂ ਦੇ ਉੱਤੇ ਬੰਦੇ ਬੈਠੇ, ਸਰਦੀ ਸੀ, ਬਰਫ਼ ਪਈ ਹੋਈ ਸੀ ਬਾਹਰ, ਤੇ ਮੈਂ ਉੱਥੇ ਮਿਲਿਆ ਕੁਝ ਬੰਦਿਆਂ ਨੂੰ, ਹੱਥ ਮਿਲਾਏ, ਤੇ ਉਹ ਹੱਥ ਮਿਲਾਉਂਦਾ ਮੈਂ ਆਲਮੋਸਟ ਮਿਡਲ ਚਲ ਗਿਆ। ਮਿਡਲ 'ਚ ਮੈਂ ਗਿਆ, ਉੱਥੇ ਇੱਕ ਬੜਾ ਮਤਲਬ ਫਿਜ਼ੀਕਲੀ ਤੰਦਰੁਸਤ ਬੰਦਾ ਉੱਥੇ ਬੈਠਾ ਸੀਗਾ, ਤੇ ਮੈਨੂੰ ਉਹ ਜਾਣਦਾ ਸੀ। ਮੈਨੂੰ ਉਹ ਕਹਿੰਦਾ ਮਿਸਟਰ ਬਰਾਂਡ, ਮੈਨੂੰ ਹੱਥ ਮਿਲਾਇਆ ਉਹਨੇ, ਮੈਨੂੰ ਕਹਿੰਦਾ ਵੀ ਇਦੋਂ ਅੱਗੇ ਨਾ ਜਾਈ, ਇਦੋਂ ਅੱਗੇ ਹੱਥ ਨਾ ਮਿਲਾਏ ਕਿਸੇ ਨਾਲ, ਜੇ ਹੱਥ ਮਿਲਾਇਆ ਉਹਨੂੰ ਧੋ ਕੇ ਆਈ, ਨਹੀਂ ਤੂੰ ਬਿਮਾਰ ਹੋ ਜਾਏਗਾ। ਵੀ ਇੱਥੇ ਜਿਹੜੇ ਬੰਦੇ ਨੇ ਇਹ ਬਹੁਤ ਗਰੀਬੀ 'ਚ ਗੁਜ਼ਰ ਰਹੇ, ਇਹਨਾਂ ਨੂੰ ਬਿਮਾਰੀਆਂ ਹੈਗੀਆਂ ਬਹੁਤ ਸਾਰੀਆਂ। ਚਲੋ ਮੈਂ ਉਹਦੀ ਗੱਲ ਕਰਨ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਅੱਗੇ ਹੋਰ ਗਿਆ, ਫਿਰ ਮੈਂ ਉੱਥੋਂ ਮੁੜਿਆ ਆਇਆ। ਮੁੜ ਕੇ ਆ ਕੇ ਜਿਹੜੇ ਪਹਿਲੇ ਟੇਬਲ ਤੇ ਬੰਦੇ ਬੈਠੇ ਸੀ, ਤਾਂਸ਼ ਖੇਡ ਰਹੇ ਸੀ, ਮੈਨੂੰ ਸਾਰੇ ਵੇਖਣ ਪਾਖਣ ਠੀਕ ਲੱਗਦੇ ਸੀ ਉਹ, ਤੇ ਮੈਂ ਉੱਥੇ ਆ ਕੇ ਉਹਨਾਂ ਨੂੰ ਤਾਂਸ਼ ਖੇਡਣ ਲੱਗ ਗਿਆ। ਥੋੜਾ ਜਿਹਾ ਤਾਂਸ਼ ਖੇਡੀ। ਇੱਕ ਵਿਅਕਤੀ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਮੈਨੂੰ ਲੱਗਦਾ ਸੀ ਫਿਜ਼ੀਕਲੀ ਬਹੁਤ ਠੀਕ ਹੈ, ਇਹ ਫਿਜ਼ੀਕਲੀ ਫਿੱਟ ਹੈ, ਤੰਦਰੁਸਤ ਹੈ, ਗੱਲਬਾਤ ਕਰਨ 'ਚ ਵੀ ਠੀਕ ਲੱਗਦਾ ਹੈ, ਉਹਨੂੰ ਮੈਂ ਸਵਾਲ ਕੀਤਾ ਵੀ ਤੁਸੀਂ ਕਿਉਂ ਇੱਥੇ ਬੈਠੇ ਹੋ? ਉਹ ਹੱਸ ਪਿਆ, ਅੱਗੋਂ ਹੱਸ ਪਿਆ, ਮੈਨੂੰ ਕਹਿੰਦਾ ਵੀ ਤੂੰ ਡੂ ਯੂ ਰੀਅਲੀ ਵਾਂਟ ਟੂ ਨੋ ਅਬਾਊਟ ਦਿਸ? ਮੈਂ ਵੀ ਹਾਂ। ਕੋਈ ਉਹਨਾਂ ਨਾਲ ਗੱਲ ਕਰਨ ਵਾਲਾ ਵੀ ਨਹੀਂ ਹੋਣਾ, ਕਿਸੇ ਨੇ ਪਹਿਲੀ ਵਾਰ ਪੁੱਛਿਆ ਹੋਣਾ ਵੀ ਵਾਈ ਯੂ ਆਰ ਹੇਅਰ। ਹਾਂ, ਤੇ ਉਹ ਮੈਨੂੰ ਕਹਿੰਦਾ ਵੀ ਸੁਣ ਲੈ ਫਿਰ ਮੇਰੀ ਗੱਲ ਜੀ। ਕਹਿੰਦਾ ਜੀ ਮੈਂ ਵਿਨੀਪੈਗ ਰਹਿੰਦਾ ਸੀ, ਵਿਨੀਪੈਗ ਮੈਂ ਰਹਿੰਦਾ ਸੀ, ਮੇਰੀ ਬੜੀ ਅੱਛੀ ਜੌਬ ਸੀਗੀ, ਮੇਰੀ ਮੈਰਿਡ ਸੀਗਾ, ਵਾਈਫ ਸੀ, ਮੇਰੀਆਂ 2 ਬੱਚੀਆਂ ਸੀ, ਤੇ ਕਹਿੰਦਾ ਅਸੀਂ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਸੀਗੇ, ਪਰ ਮੇਰੀ ਵਾਈਫ ਤੇ ਦੋਨੇ ਬੱਚੀਆਂ ਇੱਕ ਡਰੰਕ ਡਰਾਈਵਰ ਨੇ ਐਕਸੀਡੈਂਟ 'ਚ ਮਾਰਤੀਆਂ, ਉਹ ਤਿੰਨੇ ਚਲ ਗਏ। ਕਹਿੰਦਾ ਮੈਂ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ 6 ਮਹੀਨੇ ਉੱਥੇ ਰਿਹਾ।
6 ਮਹੀਨੇ ਰਹਿਣ ਤੋਂ ਬਾਅਦ ਕਹਿੰਦਾ ਵੀ ਮੈਨੂੰ ਉੱਥੇ ਮੈਂ ਜਿਹੜੇ ਵੀ ਸ਼ਹਿਰ ਦੇ ਪਾਸੇ ਜਾਂਦਾ ਸੀ ਉੱਥੇ ਮੇਰੇ ਪਰਿਵਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ, ਮੈਨੂੰ ਉੱਥੇ ਮਹਿਸੂਸ ਹੁੰਦਾ ਸੀ। ਕਹਿੰਦਾ ਫਿਰ ਅਲਟੀਮੇਟਲੀ ਮੈਂ ਉਹ ਸ਼ਹਿਰ ਛੱਡਤਾ ਵੀ ਮੈਂ ਇੱਥੇ ਇਸ ਤਰੀਕੇ ਨਾਲ ਜਾ ਨਹੀਂ ਸਕਦਾ। ਉੱਥੋਂ ਮੈਂ ਮੂਵ ਹੋਇਆ ਇੱਥੇ ਇੱਥੇ ਆ ਕੇ ਕਹਿੰਦਾ ਵੀ ਮੈਂ ਟਰੱਕ ਚਲਾਉਂਦਾ ਸੀ, ਮੈਂ ਟਰੱਕ ਦੀ ਜੌਬ ਫਿਰ ਭਾਲ ਲਈ, ਮੈਂ ਟਰੱਕ ਚਲਾਉਣ ਲੱਗ ਗਿਆ। ਨਾਲ ਉਹਦੀ ਬੋਡੀ ਬੜੀ ਵਧੀਆ ਸੀ, ਉਹ ਬਾਉਂਸਰ ਬਣ ਗਿਆ ਉਹ ਆਪਣਾ ਪੱਬ ਦੇ ਵਿੱਚ, ਨਾਈਟ ਪੱਬ ਦੇ ਵਿੱਚ। ਕਹਿੰਦਾ ਮੈਂ 2 ਜੌਬ ਕਰਦਾ ਸੀ। ਕਹਿੰਦਾ ਮੈਂ 5 ਕੇ 6 ਸਾਲ ਜੌਬ ਕੀਤੀ ਹੈ। 6 ਸਾਲਾਂ ਬਾਅਦ ਮੈਨੂੰ ਕੋਈ ਬਿਮਾਰੀ ਲੱਗ ਗਈ ਜਿਹਦੇ ਨਾਲ ਮੈਂ ਬੈਠਾ ਸਿਰ ਤੋਂ ਪੈਰਾਂ ਤੱਕ ਮੁੜ ਕੇ ਨਾ ਭਿੱਜ ਜਾਂਦਾ। ਉਸ ਕਰਕੇ ਮੈਨੂੰ ਬਾਉਂਸਰ ਤੋਂ ਵੀ ਕੱਢਤਾ ਉਹਨਾਂ ਨੇ ਤੇ ਮੈਨੂੰ ਟਰੱਕ ਵਾਲਿਆਂ ਨੇ ਵੀ ਕੱਢਤਾ। ਮੈਂ ਜੌਬਲੈਸ ਹੋ ਗਿਆ ਜੀ, ਹੋਰ ਮੈਨੂੰ ਕੋਈ ਜੌਬ ਦੇ ਨਹੀਂ ਰਿਹਾ। ਮੈਂ ਇਸ ਕਰਕੇ ਇੱਥੇ ਬੈਠਾ। ਸੋ ਉਹ ਸਟੋਰੀ ਮੈਂ ਬਹੁਤ ਸਾਰੇ ਥਾਵਾਂ ਤੇ ਸੁਣਾਈ ਹੈ ਵੀ ਅਸੀਂ ਨਾ ਲੋਕਾਂ ਨੂੰ ਬਲੇਮ ਕਰਦੇ ਹਾਂ ਵੀ ਇਹ ਲੋਕ ਆਪਣਾ ਸ਼ਰਾਬ ਪੀਂਦੇ ਆ, ਲੋਕ ਨਸ਼ੇ ਕਰਦੇ ਆ, ਡਰੱਗ ਕਰਦੇ ਆ, ਚੋਰੀ ਕਰਦੇ ਆ। ਵੀ ਆਹ ਇੱਕ ਐਸਾ ਵਿਅਕਤੀ ਹੈ ਵੀ ਜਿਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਸੱਟ ਵੱਜਣ ਦੇ ਬਾਵਜੂਦ ਇਹ ਪੈਰਾਂ ਤੇ ਖੜਾ ਹੋ ਕੇ ਇਹਨੇ ਜ਼ਿੰਦਗੀ ਜਿਉਣੀ ਚਾਹੀ ਜੀ। ਉਦੋਂ ਬਾਅਦ ਇਹਨੂੰ ਕੋਈ ਬਾਇਓਲੋਜੀਕਲ ਜਿਹੜੀ ਬਿਮਾਰੀ ਲੱਗ ਗਈ, ਜੌਬ ਚਲੀ ਗਈ, ਇਹਦੇ ਬਾਵਜੂਦ ਵੀ ਹੱਸ ਕੇ ਗੱਲ ਸੁਣਾ ਰਿਹਾ। ਆਪਾਂ ਇਹਨਾਂ ਨੂੰ ਬਲੇਮ ਕਰਦੇ ਵੀ ਕੰਮ ਨਹੀਂ ਕਰਨਾ ਚਾਹੁੰਦੇ, ਹਾਲਾਂਕਿ ਉਹਦੀ ਸਟੋਰੀ ਨਹੀਂ ਸੀ। ਕਿਉਂਕਿ ਕਹਿੰਦੇ ਨੇ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਯੂ ਨੈਵਰ ਨੋ ਕਿ ਕੌਣ ਕਿਹੜੇ ਸਰਕਮਸਟੈਂਸ ਦੇ ਵਿੱਚ ਹੁੰਦਾ ਆ, ਕਿਹੜੀ ਹਾਲਾਤ ਦੇ ਵਿੱਚੋਂ ਲੰਘ ਰਿਹਾ ਹੁੰਦਾ, ਕੀ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਬਲਮਸ ਹੁੰਦੀਆਂ ਨੇ, ਕੀ ਉਹਨਾਂ ਦੀ ਸਿਚੁਏਸ਼ਨ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਫੇਰ ਹੀ ਸਾਨੂੰ ਬਲੇਮ ਕਰਨਾ ਚਾਹੀਦਾ ਹੈ ਕਿ ਕੀ ਕਰ ਰਹੇ ਆ। ਸੋ ਜਦੋਂ ਤੁਸੀਂ ਡਾਊਨਟਾਊਨ ਦੇ ਵਿੱਚ ਗਏ, ਉੱਥੇ 11x11 ਦੇ ਇੱਕ ਰੂਮ ਦੇ ਵਿੱਚ ਤੁਹਾਨੂੰ ਰਹਿਣਾ ਪਿਆ ਤੇ ਉੱਥੇ ਤੁਸੀਂ weight ਵੀ ਬਹੁਤ ਲੂਜ਼ ਕੀਤਾ। ਡਾਊਨਟਾਊਨ ਦੇ ਵਿੱਚ ਜਿਹੜਾ ਰਹਿਣਾ ਜਿਹੜਾ ਹੈਗਾ ਉੱਥੇ ਉਹ ਬਹੁਤ ਵੱਡਾ ਚੈਲੰਜ ਸੀ, ਪਰ ਮੈਂ ਕਿਉਂਕਿ ਮੈਂਟਲੀ ਪ੍ਰਿਪੇਅਰ ਕਰਕੇ ਗਿਆ ਸੀ ਆਪਣੇ ਆਪ ਨੂੰ। ਉੱਥੇ ਜਿਹੜਾ ਇੱਕ SROs ਕਹਿੰਦੇ ਉੱਥੇ ਨਾ ਬਹੁਤ ਸਾਰੀਆਂ ਬਿਲਡਿੰਗ ਬਣੀਆਂ ਹੋਈਆਂ, ਬੜੀਆਂ ਨਾ ਮੈਂ ਉਹਨੂੰ ਕਹਿ ਸਕਦਾ ਸ਼ੈਬੀ ਬਿਲਡਿੰਗ ਹੈਗੀਆਂ, ਉਹ ਸਬ ਸਟੈਂਡਰਡ ਬਿਲਡਿੰਗਸ ਨੇ। ਉਹਨਾਂ ਦੇ ਵਿੱਚ ਕਮਰੇ ਹੀ ਨੇ ਇਕੱਲੇ, 2-3 ਫਲੋਰਾਂ ਦੇ ਹੈਗੇ, 2-3 ਉਹਦੇ ਕਮਰੇ ਨੇ ਇਕੱਲੇ, ਉਹਨਾਂ 'ਚ ਕੋਈ ਕਾਮਨ ਏਰੀਆ ਨਹੀਂਗਾ, ਸਿਰਫ ਅੰਦਰ ਵੜੋ, ਸਿੱਧਾ ਕੋਰੀਡੋਰ 'ਚ ਵੜ ਕੇ ਤੁਸੀਂ ਕਮਰੇ ਜਾ ਸਕਦੇ ਹੋ। ਔਰ ਇੱਕ ਫਲੋਰ ਤੇ 25 ਕਮਰੇ ਸੀ ਜਿਹੜੇ 'ਚ ਮੈਂ ਰਿਹਾ ਸੀਗਾ। 25 ਕਮਰਿਆਂ ਦੇ ਵਿੱਚ ਇੱਕ ਵਾਸ਼ਰੂਮ ਸੀਗਾ। 25 ਬੰਦੇ, ਕਾਮਨ ਵਾਸ਼ਰੂਮ, ਹਾਂ ਇੱਕ ਬੰਦਾ, ਇੱਕੋ ਹੀ ਵਾਸ਼ਰੂਮ ਇੱਕ ਸੀ, ਔਰ ਉਹਦੇ 'ਚ ਇੱਕੋ ਹੀ ਵਾਸ਼ਰੂਮ ਸੀ, ਇੱਕ ਹੀ ਨਹਾ ਸਕਦੇ ਤੁਸੀਂ, ਇੱਕ ਟਾਇਲਟ ਸੀਗੇ। ਉਹਨੂੰ ਕੋਈ ਸਾਫ਼ ਨਹੀਂ ਸੀ ਕਰਦਾ। ਔਰ ਉਹ ਸਾਰੇ ਜਿਹੜੇ ਬੰਦੇ ਉੱਥੇ ਸੀਗੇ ਉਹ ਸਾਰੇ ਜਿਹੜੇ ਪਾਵਰਟੀ ਵਾਲੇ ਬੰਦੇ ਸੀ, ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀ, ਜਿਨ੍ਹਾਂ 'ਚ ਕੁਝ ਬੰਦੇ ਆਫ ਕੋਰਸ ਐਡਿਕਸ਼ਨ ਦੇ ਵਿੱਚ ਵੀ ਸੀਗੇ, ਕੁਝ ਬੰਦੇ ਨੂੰ ਮੈਂਟਲ ਹੈਲਥ ਪ੍ਰੋਬਲਮ ਵੀ ਸੀਗੀਆਂ, ਬਹੁਤ ਸਾਰੇ ਬੰਦਿਆਂ ਨੂੰ ਸਕਿਨ ਡਿਜ਼ੀਜ਼, ਬੜਾ ਕੁਝ ਸੀਗਾ। ਠੀਕ ਹੈ ਨਾ। ਸੋ ਉੱਥੇ ਮੈਂ ਗਿਆ। ਉੱਥੇ ਜਾ ਕੇ ਜਿਹੜਾ ਸਵੇਰੇ ਤੁਸੀਂ ਨਹਾਉਣਾ, ਉੱਥੇ ਜਾ ਕੇ ਤਾਂ ਤਿਆਰ ਹੋਣਾ, ਉਹ ਇੱਕ ਬਹੁਤ ਵੱਡਾ ਜੰਗ ਸੀ, ਜੰਗ ਸੀ, ਕਿਉਂਕਿ ਕੁਝ ਵੀ ਸਾਫ਼ ਨਹੀਂ ਉੱਥੇ। ਤੁਸੀਂ ਉੱਥੇ ਜਾਣਾ ਹੈ, ਤੁਸੀਂ ਆਪਣੇ ਉਸ ਹਿਸਾਬ ਨਾਲ ਕੱਪੜੇ ਲੈ ਕੇ ਜਾਣੇ ਆ, ਸਾਰਾ ਕੁਝ ਲੈ ਕੇ ਜਾਣਾ। ਜੇ ਤੁਸੀਂ ਉੱਥੇ ਲੇਟ ਹੋ ਗਏ, ਉੱਥੇ ਲਾਈਨ ਲੱਗ ਜਾਂਦੀ ਹੈ, ਲਾਈਨ ਟੂ ਵੇਟ। ਸੋ ਮੈਂ ਸਵੇਰੇ ਅਰਲੀ ਉੱਠਦਾ ਸੀ, ਸਾਰਿਆਂ ਨਾਲੋਂ ਅਰਲੀ ਉੱਠ ਕੇ ਮੈਂ ਉੱਥੇ ਜਾ ਕੇ ਚਲੋ ਆਪਣਾ ਉੱਥੋਂ ਨਹਾ ਵਗੈਰਾ ਕਰਕੇ ਉੱਥੋਂ ਆ ਜਾਂਦਾ ਸੀਗਾ। ਤੇ ਉੱਥੇ ਅਦਰਵਾਈਜ਼ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ, ਤਾਂ ਉੱਥੇ ਇਸ ਤਰ੍ਹਾਂ ਦੀ ਗੱਲਬਾਤ ਸੀ। ਲੇਕਿਨ ਉੱਥੇ ਇੱਕ ਗੱਲ ਦਾ ਬੜਾ ਵੱਡਾ ਫਰਕ ਸੀਗਾ ਸਰੀ ਦੇ ਨਾਲ ਜੀ। ਉਹ ਫਰਕ ਇਹ ਸੀ ਕਿ ਸਰੀ ਦੇ ਵਿੱਚ ਜਿਹੜੇ ਬੰਦਿਆਂ ਨੂੰ ਮੈਂ ਮਿਲਦਾ ਸੀ, ਜਿੱਥੇ ਮਿਲਦਾ ਸੀ, ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਮਿਲਦੇ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜਾ ਸਟਾਫ ਹੈ ਉਹ ਆਪ ਪੂਅਰ ਨਹੀਂਗਾ, ਪਰ ਜਿਹੜੇ ਜਿਹਨਾਂ ਨੂੰ ਸਰਵ ਕਰਦੇ ਉਹ ਬੰਦੇ ਪੂਅਰ ਸੀ। ਉੱਥੇ ਜਿਹੜੇ ਬੰਦਿਆਂ ਨਾਲ ਮੈਂ ਇੰਟਰੈਕਟ ਕਰ ਰਿਹਾ ਸਿੱਧਾ, ਉਹ ਸਾਰੇ ਪੂਅਰ ਸੀ। ਉੱਥੇ ਜਦੋਂ ਬਾਹਰ ਨਿਕਲਦਾ ਸੀ ਮੈਂ ਆਪਣੀ ਹੇਸਟਿੰਗ ਦੇ ਉੱਤੇ ਤੇ ਆਪਣੀ ਮੇਨ ਸਟਰੀਟ ਦੇ ਉੱਤੇ, ਉੱਥੇ ਜਿੱਥੇ ਬਹੁਤ ਸਾਰੇ ਬੰਦੇ ਬਹਿੰਦੇ ਆ, ਉੱਥੇ ਜਿਹੜਾ ਪਹਿਲੇ ਦਿਨ ਮੇਰੀ ਉਹਨਾਂ ਨਾਲ ਮੀਟਿੰਗ ਕਰਾਈ, ਉਸ ਮੀਟਿੰਗ ਦੇ ਵਿੱਚ ਮੇਰੇ ਖਿਆਲ 200-250 ਲੋਕ ਆਏ। ਤਾਂ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਉਹਨਾਂ ਨੇ ਮੈਨੂੰ ਸਾਹਮਣੇ ਖੜਾ ਕਰਕੇ ਗੱਲਬਾਤ ਕਰਾਈ ਤੇ ਪੁੱਛਿਆ ਵੀ ਤੂੰ ਕਰ ਕੀ ਰਿਹਾ। ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ ਮਕਸਦ ਮੇਰਾ ਮਕਸਦ ਤੁਹਾਡੀ ਸਟੋਰੀ ਜਿਹੜੀ ਹੈਗੀ ਆ ਉਹ ਲੋਕਾਂ ਤੱਕ ਪਹੁੰਚਦੀ ਕਰਨਾ, ਤੁਹਾਡੇ ਬਾਰੇ ਬੜੀਆਂ ਮਿਥਸ ਨੇ, ਤੇ ਤਾਂ ਕਿ ਕੋਈ ਪਾਲਿਸੀ ਦੇ ਵਿੱਚ ਚੇਂਜ ਹੋ ਸਕੇ। ਸੋ ਇਹ ਮੇਰਾ ਮਕਸਦ ਹੈ। ਮੇਰਾ ਤੁਹਾਡੇ ਨਾਲ ਵਾਅਦਾ ਸਿਰਫ ਇੰਨਾ ਹੀ ਹੈ ਵੀ ਮੈਂ 31 ਦਿਨ ਇਹ ਸਫ਼ਰ ਕਰਨਾ, ਤੇ 31 ਦਿਨ ਮੈਂ ਤੁਹਾਡੀਆਂ ਸਟੋਰੀਆਂ ਜਿੰਨੀਆਂ ਵੀ ਵੱਧ ਤੋਂ ਵੱਧ ਸੁਣਾ ਸਕਦਾ ਉਹ ਮੈਂ ਉਹਨਾਂ ਨੂੰ ਸੁਣਾਊਂਗਾ। ਉਸ ਤੋਂ ਬਾਅਦ ਜਿਹੜੀਆਂ ਮੈਂ ਸਿਫਾਰਸ਼ਾਂ ਕਰ ਸਕਦਾ ਸਰਕਾਰ ਨੂੰ ਉਹ ਮੈਂ ਕਰੂੰਗਾ। ਮੈਂ ਇਹ ਵਾਅਦਾ ਨਹੀਂ ਇੱਥੇ ਖੜ ਕੇ ਕਰਦਾ ਵੀ ਮੈਂ ਪਾਲਿਸੀਆਂ ਚੇਂਜ ਕਰਾ ਦੂੰਗਾ, ਕਿਉਂਕਿ ਪਾਲਿਸੀਆਂ ਚੇਂਜ ਸਰਕਾਰ ਨੇ ਕਰਨੀਆਂ। ਅਲਟੀਮੇਟਲੀ ਮੈਂ ਉਹਨਾਂ ਦੇ ਵਿੱਚੋਂ ਇੱਕ ਬੰਦਾ, ਕੋਈ ਆਵਾਜ਼ ਉਠਾਉਣ ਵਾਲਾ ਤਾਂ ਹੋਵੇ ਨਾ ਅੱਗੇ ਆਉਣ ਵਾਲਾ। ਸੋ ਆਈ ਵਾਸ ਵੈਰੀ ਫਰੈਂਕ ਵਿਦ them। ਤੇ ਉਦੋਂ ਬਾਅਦ ਉਹਨਾਂ ਨੇ ਸਟੋਰੀਆਂ ਸੁਣਾਈਆਂ। ਉਹ ਉੱਥੇ 2 ਘੰਟੇ ਗੱਲਬਾਤ ਚੱਲੀ। ਬਹੁਤ ਸਾਰੇ ਬੰਦਿਆਂ ਨੇ ਰੋ ਕੇ ਆਪਣੀਆਂ ਸਟੋਰੀਆਂ ਸੁਣਾਈਆਂ ਵੀ ਮੈਂ ਉੱਥੇ ਜੇ ਤੁਸੀਂ ਬੰਦੇ ਦੀ ਕਿਸੇ ਦੀ ਵੀ ਸਟੋਰੀ ਸੁਣਦੇ ਹੋ, ਤੁਹਾਨੂੰ ਜਿਹੜਾ ਹੈਗਾ ਨਾ, ਮਤਲਬ ਉੱਥੇ ਬੰਦਾ ਜਿਹਨੂੰ ਆਪਾਂ ਕਹਿ ਸਕਦੇ ਫਰੀਜ਼ ਹੋ ਜਾਂਦਾ। ਯਾਰ ਇਹ ਬੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ
ਨਿਕੰਮੇ ਬੰਦੇ ਆ ਤੁਰੇ ਫਿਰਦੇ। ਤੇ ਇਹ ਕੰਮ ਨਹੀਂ ਕਰਨਾ ਚਾਹੁੰਦੇ। ਪਰ ਸਭ ਤੋਂ ਵੱਧ ਪਿਆਰ ਜੇ ਮੈਨੂੰ ਮਿਲਿਆ ਕਿਤੇ, ਜੀ, ਸਭ ਤੋਂ ਵੱਧ ਜੇ ਟਰਸਟ ਮੇਰੇ ਤੇ ਕੀਤਾ ਲੋਕਾਂ ਨੇ ਵੀ ਜਿਹੜਾ ਕੁਛ ਇਹ ਕਰ ਰਿਹਾ ਇਹ ਜੈਨੂਅਨ ਹੈ। ਦੇ ਨੋ ਕਿ ਮੈਂ ਪੋਲੀਟੀਸ਼ੀਅਨ ਹਾਂ, ਮੈਂ ਫਿਜ਼ੀਕਲੀ ਠੀਕ ਹਾਂ, ਦੇ ਨੋ ਇਟ। ਤੇ ਪਰ ਉਹਨਾਂ ਨੇ ਮੇਰੇ ਕਾਜ਼ ਦੇ ਵਿੱਚ ਟਰਸਟ ਕੀਤਾ। ਠੀਕ ਹੈ। ਇੱਥੇ ਜਿਹੜੇ ਮਤਲਬ ਇੱਥੇ ਜਦੋਂ ਮੈਂ ਘੁੰਮਦਾ ਸੀਗਾ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਸੀਗੇ ਵੀ ਇਹ ਜਿਹੜਾ ਕਹਿ ਲਓ ਵੀ ਸ਼ਾਇਦ ਸਟੰਟ ਹੈ। ਹਾਂਜੀ, ਉਹਦੇ ਚ ਜਿਹੜੀ ਘਟਨਾ ਤੁਹਾਨੂੰ ਦੱਸਦਾ ਵਾਪਰੀ, 2 ਘਟਨਾਵਾਂ ਉੱਥੇ ਵਾਪਰੀਆਂ। ਜੇ ਤੁਹਾਡੇ ਕੋਲ ਟਾਈਮ ਹੈ ਤੁਹਾਨੂੰ ਦੱਸ ਸਕਦਾ। ਬਿਲਕੁਲ ਬਿਲਕੁਲ। ਇੱਕ ਤਾਂ ਇਹ ਘਟਨਾ ਵਾਪਰੀ ਉੱਥੇ ਕਿ ਮੈਨੂੰ ਜਿਹੜੇ ਲੀਡਰ ਨਿਊਜ਼ਪੇਪਰ ਦਾ ਜਿਹੜਾ ਫੋਟੋਗ੍ਰਾਫਰ ਸੀਗਾ ਉਹਨੇ ਫੋਨ ਕੀਤਾ ਕਿ ਮੈਂ ਜੀ ਤੁਹਾਡੀਆਂ ਸ਼ਾਮ ਨੂੰ ਫੋਟੋ ਲੈਣੀ ਆ ਉੱਥੇ ਤੁਰਦੇ ਫਿਰਦੇ ਰਹੀਆਂ। ਤੇ ਮੈਂ ਠੀਕ ਹੈ, ਟਾਈਮ ਸੈੱਟ ਹੋ ਗਿਆ ਤੇ ਉਹ ਉੱਥੇ ਆ ਗਿਆ। ਉੱਥੇ ਉਹ ਜਦੋਂ ਉੱਥੇ ਆਇਆ ਮੇਰੀ ਬਿਲਡਿੰਗ ਦੇ ਸਾਹਮਣੇ, ਉਹ ਬਿਲਡਿੰਗ ਦੇ ਗੇਟ ਦੇ ਸਾਹਮਣੇ 5-7 ਬੰਦੇ ਜਿਹੜੇ ਬੇਘਰ ਸੀਗੇ ਉੱਥੇ ਖੜੇ ਆਪਣੀ ਸਮੋਕ ਕਰ ਰਹੇ ਸੀ। ਉਹਨੇ ਕਾਰ ਪਾਰਕ ਕੀਤੀ ਤੇ ਉਹ ਉਹਨਾਂ ਤੋਂ ਡਰ ਗਿਆ ਵੀ ਉਹ ਗੇਟ ਦੇ ਕੋਲ ਤੋਂ ਖੜੇ ਆ। ਉਹਨੇ ਮੈਨੂੰ ਕਾਲ ਕੀਤੀ ਵੀ ਤੁਹਾਡੇ ਇੱਥੇ ਬੰਦੇ ਖੜੇ ਅੱਗੇ ਤੇ ਮੈਨੂੰ ਲੈ ਕੇ ਜਾਓ। ਮੈਂ ਉੱਥੋਂ ਆਇਆ, ਮੈਂ ਉਹਨਾਂ ਦੇ ਕੋਲ ਦੀ ਨਿਕਲ ਕੇ ਉਹਦੀ ਖਿੜਕੀ ਖੋਲੀ, ਮੈਂ ਵੀ ਆ ਚੱਲੀਏ ਉੱਪਰ। ਉਹਨੂੰ ਮੈਂ ਨਾਲ ਲੈ ਕੇ, ਉਹ ਆਪਦਾ ਜੋ ਕਰੀ ਜਾ ਰਹੇ ਸੀ ਉਹ ਕਰੀ ਗਏ। ਉਹਨੇ ਸਾਡੇ ਬੰਦੇ ਦੇਖਿਆ ਵੀ ਨਹੀਂ, ਉੱਪਰ ਚੱਲ ਗਏ ਅਸੀਂ। ਉਹਨੇ ਨੋਟਿਸ ਕੀਤਾ ਵੀ ਮੈਂ ਡਰੀ ਜਾਂਦਾ ਸੀ, ਇਹ ਤਾਂ ਬੰਦੇ ਕੋਈ ਹਾਰਮਫੁਲ ਹੈ ਹੀ ਨਹੀਂ, ਨਾਲੇ ਕੋਲ ਰਹਿ ਰਹੇ ਆ। ਹਾਂ, ਉੱਪਰ ਚੱਲ ਗਏ। ਉੱਪਰ ਜਾ ਕੇ ਉਹਨੇ ਮੇਰੀਆਂ ਫੋਟੋ ਲਈਆਂ ਕਮਰੇ ਦੀਆਂ ਵਗੈਰਾ। ਉਦੋਂ ਬਾਅਦ ਮੈਨੂੰ ਕਹਿੰਦੇ ਬਾਹਰ ਕਮਿਊਨਿਟੀ ਚਲੋ। ਅਸੀਂ ਮੇਨ ਸਟਰੀਟ ਦੇ ਉੱਤੇ ਹੇਸਟਿੰਗ ਦੇ ਉੱਤੇ ਆ ਗਏ। ਹੇਸਟਿੰਗ ਦੇ ਉੱਤੇ ਤੁਹਾਡੇ ਸਾਰੇ ਇਹ ਉਸ 1 ਕਿਲੋਮੀਟਰ ਦਾ ਜਿਹੜਾ ਆਪਣਾ ਹੈਗਾ ਫਾਸਲਾ, ਜਿੱਥੇ ਬਹੁਤ ਸਾਰੇ ਬੇਘਰ ਲੋਕ ਉੱਥੇ ਪਏ ਹੁੰਦੇ ਸੜਕ ਦੇ ਵਿੱਚ। ਜਦੋਂ ਅਸੀਂ ਤੁਰ ਰਹੇ ਸੀ ਤੇ ਸਾਹਮਣੇ ਇੱਕ ਬੰਦਾ ਜਿਹੜਾ ਆਇਆ, ਉਹ ਮੈਨੂੰ ਕਹਿੰਦਾ ਮਿਸਟਰ ਬਰਾੜ, ਹਾਊ ਆਰ ਯੂ, ਯੂ ਆਰ ਗ੍ਰੇਟ ਗਾਏ, ਦਿਸ ਐਂਡ ਦੈਟ ਉਹਨੇ ਕੀਤਾ। ਤੇ ਉਹਨੇ ਆ ਕੇ ਮੇਰੇ ਨਾਲ ਹੱਥ ਮਿਲਾ ਲਿਆ ਉਹਨੇ। ਤੇ ਉਹਨੇ ਉਦੋਂ ਬਾਅਦ ਉਹਦੇ ਨਾਲ ਹੱਥ ਮਿਲਾਉਣਾ ਚਾਹਿਆ ਪਰ ਉਹਨੇ ਹੱਥ ਨਹੀਂ ਮਿਲਾਇਆ। ਰਿਪੋਰਟਰ ਨੇ ਹੱਥ ਨਹੀਂ ਮਿਲਾਇਆ, ਪਿੱਛੇ ਹਟ ਗਿਆ। ਚਲੋ ਉਹ ਬੰਦਾ ਉੱਥੋਂ ਨਿਕਲ ਗਿਆ। ਅੱਗੇ ਤੁਰੇ ਅਸੀਂ, ਅੱਗੇ ਤੁਰੇ ਇੱਕ ਹੋਰ ਬੰਦਾ ਆ ਗਿਆ। ਉਹ ਆ ਕੇ ਕਹਿੰਦਾ ਮਿਸਟਰ ਬਰਾੜ, ਆਈ ਨੋ ਯੂ ਮਸਟ ਬੀ ਹੰਗਰੀ, ਆਈ ਨੋ ਦੈਟ। ਬਿਕਾਜ਼ ਉਹਨਾਂ ਨੂੰ ਇੱਕ ਦੂਜੇ ਦੀ ਤਕਲੀਫ ਪਤਾ ਹੈ, ਜਿਹੜੇ ਬੇਘਰ ਲੋਕ। ਇੱਥੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤੂੰ ਹੰਗਰੀ, ਕਿਉਂਕਿ ਇੱਥੇ ਮੈਂ ਮਿਡਲ ਕਲਾਸ ਲੋਕਾਂ 'ਚ ਗੁਜ਼ਰ ਰਿਹਾ ਸੀਗਾ। ਠੀਕ ਹੈ ਨਾ, ਉਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਵੀ ਹੰਗਰੀ ਹੋ ਸਕਦਾ। ਉਹਨੂੰ ਇਹ ਵੀ ਤਾਂ MLA ਹੈ, ਹਾਂਜੀ, ਪਰ ਮੈਂ 600 ਤੇ ਰਹਿ ਰਿਹਾ। ਹਾਂਜੀ, ਤੇ ਉਹ ਕਹਿੰਦਾ ਵੀ ਯੂ ਮਸਟ ਬੀ ਹੰਗਰੀ। ਉਹ ਬੇਘਰ ਬੰਦੇ ਨੇ ਆਪਣੀ ਜੇਬ ਦੇ ਵਿੱਚ ਹੱਥ ਪਾ ਕੇ $5 ਕੱਢ ਕੇ ਮੈਨੂੰ ਕਹਿੰਦਾ ਆਹ ਲੈ ਤੂੰ ਖਾਣਾ ਖਾ। ਵਾਓ। ਮੈਂ ਉਹਨੂੰ ਕਿਹਾ ਵੀ ਨਹੀਂ, ਮੇਰੇ ਕੋਲ ਹੈਗੇ ਪੈਸੇ, ਆ ਮੌਕੇ। ਤੇ ਕਹਿੰਦਾ ਨੋ, ਤੈਨੂੰ ਇਹ ਲੈਣੇ ਪੈਣੇ। ਉਹਨੇ ਬਹੁਤ ਇਨਸਿਸਟ ਕੀਤਾ। ਬਹੁਤ ਇਨਸਿਸਟ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨੇ ਆਪਣਾ ਮੈਨੂੰ $5 ਦਿੱਤੇ ਤੇ ਮੈਨੂੰ ਉਹਨੇ ਜੱਫੀ ਪਾ ਲਈ। ਜੱਫੀ ਪਾ ਕੇ ਉਹ ਜਦੋਂ ਤੁਰਨ ਲੱਗਿਆ ਤਾਂ ਉਹਨੇ ਫੋਟੋਗ੍ਰਾਫਰ ਕਨੀ ਦੇਖਿਆ, ਉਹ ਫਿਰ ਪਿੱਛੇ ਹਟ ਗਿਆ। ਚਲੋ ਜੀ ਅਸੀਂ ਹੋਰ ਫੋਟੋ ਖਿੱਚੀਆਂ ਉੱਥੇ, ਕਾਫੀ ਫੋਟੋ ਖਿੱਚ ਕੇ ਉਹ ਚਲੇ ਗਏ। ਮੈਨੂੰ ਨਹੀਂ ਉਹਨੇ ਕੁਛ ਕਿਹਾ। ਜਾ ਕੇ ਉਹ ਆਪਣੇ ਐਡੀਟਰ ਨੂੰ ਕਹਿੰਦਾ ਵੀ ਸੱਚ ਇਹ ਆ, ਮੈਂ ਜਦੋਂ ਗਿਆ ਸੀ ਮੈਂ ਕੁਝ ਹੋਰ ਸੋਚਦਾ ਸੀ, ਜੋ ਕੁਝ ਮੈਂ ਦੇਖਿਆ ਉਹ ਹੋਰ ਆ। ਇਸ ਕਰਕੇ ਕਹਿੰਦਾ ਵੀ ਮੈਨੂੰ ਮੇਰੀ ਬੇਨਤੀ ਤੈਨੂੰ ਇਹ ਹੈ, ਐਡੀਟਰ ਨੂੰ ਆਪਣੇ ਨੂੰ ਕਹਿੰਦਾ, ਉਹ ਕਹਿੰਦਾ ਵੀ ਮੈਂ ਫੋਟੋ ਤੁਹਾਨੂੰ ਦੇ ਦੂੰਗਾ, ਮੇਰੇ ਕੋਲ ਹੈਗੀਆਂ ਖਿੱਚੀਆਂ ਹੋਈਆਂ ਫੋਟੋ, ਤੁਹਾਨੂੰ ਆਈ ਵਿਲ ਗਿਵ ਇਟ ਟੂ ਯੂ, ਆਈ ਵਾਂਟ ਟੂ ਰਾਈਟ ਐਨ ਐਡੀਟੋਰੀਅਲ ਔਨ ਦਿਸ। ਹਾਂਜੀ, ਮੇਰਾ ਜੋ ਐਕਸਪੀਰੀਅੰਸ ਹੈ ਜੀ, ਉਹ ਕਹਿੰਦਾ ਵੀ ਠੀਕ ਹੈ। ਉਹਨੇ ਫਿਰ ਐਡੀਟੋਰੀਅਲ ਲਿਖਿਆ ਜੀ ਖੁਦ। ਮੇਰੀ ਕੋਈ ਉਹਨੇ ਇੰਟਰਵਿਊ ਨਹੀਂ ਕੀਤੀ, ਦੇਖਿਆ ਉਹਨੇ ਮੈਨੂੰ ਉੱਥੇ ਕਮੈਂਟ 'ਚ ਕੀ ਹੋ ਰਿਹਾ, ਆਬਜ਼ਰਵ ਕੀਤਾ ਵੀ ਕੀ ਕੁਝ ਹੋ ਰਿਹਾ। ਉਸ ਦੇ ਵਿੱਚ ਬੇਸਿਕਲੀ ਉਹਨੇ ਇਹ ਲਿਖਿਆ ਵੀ ਮੈਂ ਸੋਚ ਕੇ ਗਿਆ ਸੀ ਇਹ ਵੀ ਇੱਕ ਪੋਲੀਟੀਸ਼ੀਅਨ ਸਟੰਟ ਕਰ ਰਿਹਾ ਜੀ ਜੀ, ਪਰ ਮੈਂ ਕਹਿੰਦਾ ਜਾ ਕੇ ਜਿਹੜਾ ਦੇਖਿਆ ਉਹ ਸਟੰਟ ਨਹੀਂ ਹੈ, ਹੀ ਇਜ਼ ਡੂਇੰਗ ਐਨ ਆਨਰੇਬਲ ਜੌਬ। ਉਹ ਮੇਰੇ ਕੋਲ ਹੈਗਾ ਆਰਟੀਕਲ ਤੱਕ। ਉਹ ਕਹਿੰਦਾ ਵੀ ਜਿਹੜੇ ਬੰਦਿਆਂ ਨਾਲ ਹੱਥ ਮਿਲਾ ਰਿਹਾ, ਸਾਡੇ ਚੋਂ ਬੰਦੇ ਅਸੀਂ ਹੱਥ ਨਹੀਂ ਮਿਲਾ ਸਕਦੇ ਉਹਨਾਂ ਦੇ ਨਾਲ। ਹਾਂਜੀ, ਜਿੰਨਾ ਬੰਦੇ ਨੂੰ ਜੱਫੀ ਪਾ ਰਿਹਾ ਅਸੀਂ ਨਹੀਂ ਕਰ ਸਕਦੇ, ਵੀ ਇਹ ਔਖਾ ਸਫ਼ਰ ਹੈ ਤੇ ਜਿੱਥੇ ਉਹ ਰਹਿੰਦਾ ਉੱਥੇ ਅਸੀਂ ਰਹਿ ਨਹੀਂ ਸਕਦੇ। ਉਹਨੇ ਬਹੁਤ ਅੱਛਾ ਆਰਟੀਕਲ ਲਿਖ ਕੇ, ਉਹਨੇ ਪਹਿਲਾਂ ਆਰਟੀਕਲ ਦਿੱਤਾ, ਫਿਰ ਉਹਨੇ ਫੋਟੋ ਲਾਈ। that was very nice ਕਿ ਕੋਈ ਨਹੀਂ ਕਰ ਸਕਦਾ। ਅਸੀਂ ਕਿਸੇ ਦੇ ਹਾਲਾਤ ਦੇ ਵਿੱਚ, ਕਹਿੰਦੇ ਹਨ ਕਿ ਜਦੋਂ ਅਸੀਂ ਕਿਸੇ ਦਾ ਸ਼ੂ ਪਾ ਕੇ ਦੇਖਦੇ ਹਾਂ ਜਾਂ ਕਿਸੇ ਦੀ ਜੁੱਤੀ ਦੇ ਵਿੱਚ ਪੈਰ ਰੱਖ ਕੇ ਦੇਖਦੇ ਹਾਂ, ਫਿਰ ਸਾਨੂੰ ਉਹਦੇ ਸਰਕਮਸਟੈਂਸਸ ਫੇਰ ਹੀ ਪਤਾ ਲੱਗਦੇ ਆ। ਉਦੋਂ ਪਹਿਲਾਂ ਦੂਰੋਂ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਇਹ ਇਨਸਾਨ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਵਿਚਰ ਰਿਹਾ, ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿਉਂ ਇਹ ਇਉਂ ਬਣਿਆ।
ਕਿਉਂ ਇਹ ਇਸ ਤਰ੍ਹਾਂ ਬਣਿਆ। ਹਾਂਜੀ, ਸੋ ਉਸ ਤੋਂ ਬਾਅਦ ਕੀ ਤੁਹਾਡੀ ਗੱਲ ਗਵਰਨਮੈਂਟ ਦੁਆਰਾ ਸੁਣੀ ਗਈ ਜੀ। ਜਾਂ ਉਹ ਪਾਲਿਸੀਜ਼ ਦੇ ਵਿੱਚ ਚੇਂਜ ਹੋਇਆ ਜਾਂ ਉਹਨਾਂ ਦੀ ਬਹੁਤ ਗੱਲ ਫਿਰ ਵੱਡੀ ਵਧਾਈ ਗਈ? ਬਹੁਤ ਵੱਡੀ ਤਬਦੀਲੀ ਜਿਹੜੀ ਹੋਈ ਹੈ ਜੀ, ਖਾਸ ਕਰਕੇ ਹੋਈ ਤਾਂ ਹੈਗੀ ਹੈ ਵੀ ਸਾਡੀ ਐਨਡੀਪੀ ਸਰਕਾਰ ਬਣਨ ਤੋਂ ਬਾਅਦ ਉਹਦੇ 'ਚ ਮੈਂ ਰਿਕਮੈਂਡ ਕੀਤਾ ਸੀਗਾ ਕਿ ਵੀ ਸਾਡੇ ਨਾ ਸੂਬੇ ਦੇ ਵਿੱਚ ਇੱਕ ਪਾਵਰਟੀ ਰਿਡਕਸ਼ਨ ਪਲਾਨ ਹੋਣੀ ਚਾਹੀਦੀ। ਜੀ। ਕੋਈ ਪਲਾਨ ਨਹੀਂ ਸੀ ਸੂਬੇ ਦੇ ਵਿੱਚ, ਪਾਵਰਟੀ ਰਿਡਕਸ਼ਨ ਪਲਾਨ ਹੈ ਨਹੀਂ ਸੀ, ਉਹ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਸਾਡੇ ਕੋਲ ਬੈਂਚਮਾਰਕਸ ਹੋਣ, ਅਸੀਂ ਦੇਖ ਸਕੀਏ ਵੀ ਅਸੀਂ ਪਾਵਰਟੀ ਘਟਾ ਵੀ ਰਹੇ ਹਾਂ ਕਿ ਇੱਥੇ ਵੱਧ ਰਹੀ ਹੈ। ਇਹਦੇ ਸਭ ਤੋਂ ਜ਼ਿਆਦਾ ਜਿਹੜੀ ਤਰਾਸਦੀ ਵਾਲੀ ਗੱਲ ਹੈਗੀ ਆ, ਜਿਹੜੀ ਪੇਨਫੁਲ ਗੱਲ ਜਿਹੜੀ ਮੈਂ ਦੇਖੀ ਸਾਰੇ ਸਫ਼ਰ ਦੇ ਵਿੱਚ, ਕਿ ਇਹਦੇ ਵਿੱਚ ਜਿਹੜੇ ਵੱਡੀ ਗਿਣਤੀ ਜਿਹੜੇ ਬੇਘਰ ਲੋਕ ਨੇਗੇ ਉਹਨਾਂ ਦੇ ਵਿੱਚ 40% ਤੋਂ ਉੱਪਰ ਬੱਚੇ ਆ। ਬੇਘਰ ਨਹੀਂ, ਸੌਰੀ, ਜਿਹੜੇ ਪਾਵਰਟੀ 'ਚ ਉਹ ਬੱਚੇ ਆ। ਉਹ ਬੱਚੇ ਦਾ ਕੋਈ ਕਸੂਰ ਨਹੀਂ ਹੈ, ਉਹਦਾ ਕਸੂਰ ਉਹਦਾ ਕੋਈ ਹੈ ਹੀ ਨਹੀਂ, ਉਹਦਾ ਇਹ ਨਹੀਂ ਵੀ ਕਿਸੇ ਘਰੇ ਕਿਹੜੇ ਪੈਦਾ ਹੋਇਆ, ਗੱਲ ਇੰਨੀ ਹੈ। ਉਹ ਕੋਈ ਕਸੂਰ ਨਹੀਂ ਬੱਚੇ ਦਾ। ਉਹ ਬੱਚੇ ਜਦੋਂ ਮੈਂ ਦੇਖਿਆ ਉੱਥੇ ਜਾ ਕੇ ਚਰਚਿਸ ਦੇ ਵਿੱਚ ਜਾਂ ਜਿੱਥੇ ਵੀ ਕਮਿਊਨਿਟੀ ਕਿਚਨ ਕੋਈ ਹੈਗੀ, ਉੱਥੇ ਜਾ ਕੇ ਖਾਣਾ ਖਾਂਦੀ ਹੈ ਮਾਂ, ਉਹਨਾਂ ਦੀ ਉੱਥੇ ਜਾ ਕੇ ਉਹ ਖਾਣਾ ਖਾਂਦੇ ਬੈਠੇ ਹੁੰਦੇ ਨਾਲ। ਹੁਣ ਤੁਸੀਂ 50 ਅਡਲਟ ਬੈਠੇ, ਉਹਨਾਂ 'ਚ ਇੱਕ ਬੱਚਾ ਬੈਠਾ, ਪਰ ਉਹ ਖਾਣਾ ਉਹੀ ਖਾ ਰਿਹਾ ਜਿਹੜਾ ਉੱਥੇ ਦਿੱਤਾ ਜਾ ਰਿਹਾ। ਆਪਣੇ ਘਰਾਂ ਦੇ ਵਿੱਚ ਬੱਚੇ ਤੁਸੀਂ 5 ਆਪਸ਼ਨ ਦੇ ਦਿਓ, 5 ਹੀ ਰਿਜੈਕਟ ਨੇ ਜੀ। ਹਾਂਜੀ, ਉਹ ਬੱਚਾ ਉੱਥੇ ਬੈਠਾ ਚੁੱਪ ਕਰਿਆ ਬੈਠਾ, ਉਹਨੂੰ ਆਪਣੇ ਹਾਲਾਤ ਬਾਰੇ ਵੀ ਨਹੀਂ ਸਮਝ ਆ ਰਹੀ ਵੀ ਕੀ ਹੈ। ਉਹ ਜਿਹੜਾ ਚਾਈਲਡ ਪਾਵਰਟੀ ਹੈ ਉਹ ਬਹੁਤ ਸਾਡੇ, ਜਿਹੜਾ ਮੈਂ ਕਹਿੰਦਾ ਵੀ ਫਰਗੇਟ ਬੋਰਡ ਵੀ ਕਿਹੜੀ ਪੋਲੀਟੀਕਲ ਪਾਰਟੀ ਹੈ, ਪਰ ਉਹ ਮੈਂ ਸਮਝਦਾ ਵੀ ਸਾਡੇ ਸੂਬੇ ਦੇ ਸਾਰੇ ਲੋਕਾਂ ਦੇ ਲਈ ਇੱਕ ਚਿੰਤਾਜਨਕ ਗੱਲ ਹੋਣੀ ਚਾਹੀਦੀ ਹੈ, ਕਿਸੇ ਹੱਦ ਤੱਕ ਸ਼ਰਮਨਾਕ ਗੱਲ ਹੈਗੀ ਕਿ ਇੱਥੇ ਬੱਚਾ 1 ਲੱਖ ਦੇ ਕਰੀਬ ਤੁਹਾਡੇ ਜਿਹੜਾ ਹੈਗਾ ਪਾਵਰਟੀ ਰੇਖਾ ਤੋਂ ਥੱਲੇ ਹੈ, ਜਿਹੜਾ ਸਭ ਤੋਂ ਅਮੀਰ ਸੂਬਾ ਹੈਗਾ। ਸੋ ਉਹ ਜਿਹੜਾ ਹੁਣ ਅਸੀਂ ਕਾਨੂੰਨ ਪਾਸ ਕੀਤਾ ਜੀ, ਉਹਦੇ ਵਿੱਚ ਜਿਹੜਾ ਇਹ ਵਾਅਦਾ ਕੀਤਾ ਸਰਕਾਰ ਨੇ ਕਿ ਜਿਹੜੀ ਬੱਚਿਆਂ ਦੀ ਪਾਵਰਟੀ, ਜਿਹੜੇ ਬੱਚੇ ਪਾਵਰਟੀ ਲਾਈਨ ਤੋਂ ਥੱਲੇ ਰਹਿ ਰਹੇ ਨੇ, within 4 years, I think I'm correct, 4 years, ਕਿ ਉਹਨਾਂ ਦੀ ਜਿਹੜੀ ਹੈਗੀ ਆ 50% ਉਹ ਘਟਾਈ ਜਾਊਗੀ ਉਹਨਾਂ ਦੀ ਗਿਣਤੀ। ਹਾਂਜੀ, ਤੇ ਜਿਹੜੇ ਅਡਲਟ ਨੇ ਉਹਨਾਂ ਦੀ 25% ਘਟਾਈ ਜਾਊਗੀ। ਇਸ ਤੋਂ ਇਲਾਵਾ ਹੋਰ ਬੜਾ ਕੁਝ ਹੋਇਆ ਜੀ। ਹੁਣ ਜਿਹੜੇ ਅਫੋਰਡੇਬਲ ਹਾਊਸ ਨੇ ਉਹ ਅਸੀਂ $7 ਬਿਲੀਅਨ ਲਾ ਰਹੇ ਹਾਂ ਉਹਦੇ 'ਤੇ, ਉਹ ਵੀ ਬਹੁਤ ਵੱਡੀ ਜਿਹੜੀ ਵੱਡੀ ਪਲਾਨ ਹੈਗੀ ਆ। ਔਰ ਜਿਹੜੇ ਮਾਡੂਲਰ ਹੋਮ ਨੇ ਜਿਹਦੀ ਡਿਸਕਸ਼ਨ ਘੱਟ ਹੋਈ ਹੈ ਆਪਣੀ ਕਮਿਊਨਿਟੀ ਦੇ ਵਿੱਚ, ਮਾਡੂਲਰ ਹੋਮ ਉਹ ਹੈ ਕਿ ਅਸੀਂ ਬੜੇ ਜਲਦੀ ਦੇ ਵਿੱਚ ਕਰਕੇ ਇੱਕ ਕਮਰਾ ਅਸੈਂਬਲ ਹੀ ਕੀਤਾ, ਕਿਸੇ ਵੀ ਲਿਆ ਕੇ ਤੁਸੀਂ ਕਿਸੇ ਵੀ ਗਰਾਊਂਡ ਤੇ ਲਿਆ ਕੇ ਉਹਨੂੰ ਅਸੈਂਬਲ ਕਰ ਸਕਦੇ ਹੋ। ਇੱਧਰੋਂ ਕੰਧ ਲਾਤੀ, ਚਾਰੇ ਕੰਧਾਂ ਲਾ ਕੇ ਉੱਤੇ ਛੱਤ ਪਾ ਕੇ ਉਹਦੇ ਵਿੱਚ ਕਿਚਨ ਫਿੱਟ ਕਰਤੀ, ਬਾਥਰੂਮ ਫਿੱਟ ਕਰਤਾ। ਉਹ ਅਸੀਂ ਸਰੀ ਦੇ ਵਿੱਚ ਜਿਹੜੇ ਹੈਗੇ ਆ ਸਰਕਾਰ ਬਣਨ ਤੋਂ ਕੋਈ 5 ਮਹੀਨੇ ਬਾਅਦ 260 ਅਸੀਂ ਉਹ ਕਰ ਦਿੱਤੇ ਸੀ। ਸੋ 260 ਵਿਅਕਤੀਆਂ ਨੂੰ ਸੜਕ ਤੋਂ ਚੱਕ ਕੇ ਜਾਂ ਜਿਹੜੇ ਦਰਖਤਾਂ 'ਚ ਬੈਠੇ ਆ ਉੱਥੋਂ ਚੱਕ ਕੇ ਕਮਰਿਆਂ ਦੇ ਵਿੱਚ ਮਾਰਤਾ ਸੀ। ਅਗਲਾ ਉਹਨਾਂ ਦਾ ਸਫ਼ਰ ਇਹ ਹੈਗਾ ਕਿ ਉਹਨਾਂ ਦੀ ਐਡਿਕਸ਼ਨ ਜਿਹੜੀ ਹੈਗੀ ਉਹ 'ਤੇ ਕੰਮ ਕੀਤਾ ਜਾਵੇ, ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਜੋ ਵੀ ਨੌਕਰੀ ਦੀ ਟ੍ਰੇਨਿੰਗ ਦੇ ਕੇ ਤਾਂ ਉਹਨਾਂ ਨੂੰ ਫਿਰ ਉਹਨੂੰ ਜੌਬ ਤੇ ਲਾਇਆ ਜਾਵੇ। ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਸਾਨੂੰ ਸਾਡੇ ਨਾਲ ਸਟੋਰੀਜ਼ ਸ਼ੇਅਰ ਕੀਤੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਸੀਗੀਆਂ ਤੇ ਅੱਜ ਪਤਾ ਲੱਗੀਆਂ ਹੈਗੀਆਂ। ਸੋ ਬਹੁਤ ਕੁਝ ਕੀਤਾ, ਦੈਟਸ ਕਮੈਂਡੇਬਲ ਕਿ ਤੁਸੀਂ ਇੰਨਾ ਜੌਬ ਕੀਤੀ ਹੈਗੀਆਂ, ਇੰਨਾ ਵਧੀਆ ਤੁਸੀਂ ਕਮਿਊਨਿਟੀ ਦੇ ਲਈ ਕੀਤਾ, ਲੋਕਾਂ ਦੇ ਲਈ ਕੀਤਾ, ਆਪਣੀ ਕਮਿਊਨਿਟੀ ਦੇ ਲਈ ਨਹੀਂ ਜਿਹੜੇ ਵੀ BC ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਕੀਤਾ ਹੈਗਾ। ਸੋ ਹੋਰ ਵੀ ਗੱਲਾਂ ਬਹੁਤ ਨੇ ਪਰ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਗੱਲਾਂ ਕਰੀਏ। ਫਿਰ ਤਾਂ ਤੁਹਾਡੇ ਨਾਲ ਕਿਸੇ ਦਿਨ ਮੁਲਾਕਾਤ ਹੋਵੇਗੀ, ਪਰ ਆਉਣ ਦੇ ਲਈ, ਸਟੋਰੀਜ਼ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਜੀ ਤੇ ਆਪਣਾ ਸਾਂਝਾ ਪੰਜਾਬ ਦੀ ਟੀਮ ਦਾ ਤੇ ਸਾਂਝਾ TV ਟੀਮ ਦਾ, ਤੇ ਜਿਹੜਾ ਤੁਹਾਡੇ ਖਾਸ ਕਰਕੇ ਜਿਹੜੇ ਵਿਊਅਰ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਕਈ ਵਾਰੀ ਸਮਾਜ ਦੇ ਵਿੱਚ ਐਸੀਆਂ ਪ੍ਰੋਬਲਮ ਹੁੰਦੀਆਂ ਜਿਨ੍ਹਾਂ ਬਾਰੇ ਆਮ ਨਜ਼ਰੀਆ ਵੱਖਰਾ ਹੁੰਦਾ, ਪਰ ਜਦੋਂ ਅਸੀਂ ਜਾ ਕੇ ਅੰਦਰ ਵੇਖਦੇ ਹਾਂ ਹਕੀਕਤ ਕੋਈ ਬਿਲਕੁਲ ਵੱਖਰੀ ਹੁੰਦੀ ਹੈ। ਸੋ ਮੈਂ ਕੋਸ਼ਿਸ਼ ਕੀਤੀ ਹੈ ਇਸ ਬਰੀਫ ਇੰਟਰਵਿਊ ਦੇ ਵਿੱਚ ਲੋਕਾਂ ਉਹ ਜਿਹੜੀ ਆਪਣੀ ਕਹਾਣੀ ਸੁਣਾਉਣ ਦੀ। ਤੁਹਾਡਾ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਸ਼ੁਕਰੀਆ। ਵਾਂਸ ਅਗੇਨ ਕੰਗ੍ਰੈਚੁਲੇਸ਼ਨਸ। ਤੇ ਅਗਲੀ ਵਾਰ ਜਿਹੜੇ ਮੁੱਦੇ ਹੋਣਗੇ BC ਸਰਕਾਰ ਕੀ ਕੁਝ ਕਰ ਰਹੀ ਹੈ ਉਹਦੇ ਬਾਰੇ ਗੱਲਬਾਤ ਹੋਵੇਗੀ। ਸੋ ਥੈਂਕ ਯੂ ਵਾਂਸ ਅਗੇਨ। ਥੈਂਕ ਯੂ। ਬਿਲਕੁਲ, ਗੱਲਬਾਤ ਹੋਈ ਅੱਜ ਮਿਸਟਰ ਜਗਰੂਪ ਬਰਾੜ ਦੇ ਨਾਲ, ਜਿਨ੍ਹਾਂ ਨੇ ਸਾਡੇ ਨਾਲ ਕਿੰਨੀਆਂ ਸਟੋਰੀਜ਼ ਸ਼ੇਅਰ ਕੀਤੀਆਂ ਕਿ ਜਿਹੜੀਆਂ ਹਿਡਨ ਸੀਗੀਆਂ, ਜਿਹੜੀਆਂ ਸਾਨੂੰ ਨਹੀਂ ਪਤਾ ਸੀਗੀਆਂ। ਸੋ ਇੱਕ ਇਨਸਾਨ ਬਹੁਤ ਕੁਝ ਕਰਦਾ ਹੈ, ਚਾਹੇ ਉਹ ਪੋਲੀਟਿਕਸ ਦੇ ਵਿੱਚ ਹੈ ਜਾਂ ਨਹੀਂ ਹੈ। ਇੱਕ ਇਨਸਾਨ, ਚੰਗਾ ਇਨਸਾਨ ਉਹੀ ਹੁੰਦਾ ਜੋ ਦੂਜਿਆਂ ਦੀ ਪੀੜ ਨੂੰ, ਦੂਜਿਆਂ ਦੇ ਦਰਦ ਨੂੰ ਸਮਝਦਾ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਪਰ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਕੱਲ੍ਹ ਨੂੰ ਤੁਹਾਡੀ ਸਾਡੀ ਮੁਲਾਕਾਤ ਹੋਵੇਗੀ ਲਾਈਵ ਔਨ 에ਅਰ ਦੇ ਵਿੱਚ, ਜੋ ਕਿ ਹੋਣ ਜਾ ਰਿਹਾ ਐਬਸਫੋਰਡ ਦੇ ਵਿੱਚ। ਕੱਲ੍ਹ ਨੂੰ ਲਾਈਵ ਔਨ 에ਅਰ ਤੁਸੀਂ ਪਹੁੰਚ ਸਕਦੇ ਹੋ ਐਬਸਫੋਰਡ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ ਉੱਥੇ ਲਾਈਵ ਹੋਏਗੀ। ਸੋ ਐਡਰੈਸ ਨੋਟ ਕਰ ਲਓ ਜੀ, 106 ਨੰਬਰ ਤੇ 3670 ਟਾਊਨ ਲਾਈਨ ਰੋਡ, ਟੇਸੀ ਮੀਟਸ ਤੇ ਸਨ ਫਾਰਮ ਦੇ ਉੱਤੇ ਮੁਲਾਕਾਤ ਉੱਥੇ ਹੋਵੇਗੀ। ਮੈਨੂੰ ਦਿਓ ਇਜਾਜ਼ਤ। ਹੈਵ ਅ ਗ੍ਰੇਟ ਵੀਕਐਂਡ।
ਥੈਂਕ ਯੂ ਸੋ ਮਚ।